जी, मेरा नाम रमनजीत कौर है। ਅੱਜ ਅਸੀਂ ਬਲਾਕ 3 ਦਾ ਯੂਨਿਟ 7 ਕਰਾਂਗੇ, ਜਿਸ ਦਾ ਨਾਮ ਹੈ ਥਿਊਰੀ ਆਫ ਪ੍ਰੋਡਕਸ਼ਨ, ਉਤਪਾਦਨ ਦਾ ਸਿਧਾਂਤ। ਉਤਪਾਦਨ ਦਾ ਸਿਧਾਂਤ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਹੁੰਦਾ ਕੀ ਹੈ ਕਿ ਉਤਪਾਦਨ ਕਿਸ ਨੂੰ ਕਹਿੰਦੇ ਹਨ ਤੇ ਉਤਪਾਦਨ ਕਰਦਾ ਕੌਣ ਹੈ। ਤਾਂ ਦੇਖੋ, ਆਪਣੀ ਇਕਨੋਮੀ ਦੇ ਵਿੱਚ ਬਹੁਤ ਸਾਰੀਆਂ ਗੁੱਡਸ ਐਂਡ ਸਰਵਿਸਿਜ਼ ਨੂੰ ਅਸੀਂ ਬਾਈ ਕਰਦੇ ਹਾਂ, ਕੰਜ਼ਿਊਮ ਕਰਦੇ ਹਾਂ, ਠੀਕ ਹੈ, ਉਹਨਾਂ ਦੀ ਡਿਮਾਂਡ ਕਰਦੇ ਹਾਂ। ਲੇਕਿਨ ਜਦੋਂ ਉਹਨਾਂ ਵਸਤੂਆਂ ਨੂੰ, ਗੁੱਡਸ ਨੂੰ ਕਿਸੇ ਵੀ ਇੱਕ ਫਰਮ ਦੇ ਵਿੱਚ ਜਿਹੜੇ ਡਿਫਰੈਂਟ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਦੇ ਦੁਆਰਾ ਬਣਾਇਆ ਜਾਂਦਾ ਹੈ, ਤਾਂ ਉਸ ਵਸਤੂ ਨੂੰ ਬਣਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ? ਉਤਪਾਦਨ ਕਹਿੰਦੇ ਨੇ, ਪ੍ਰੋਡਕਸ਼ਨ ਕਹਿੰਦੇ ਨੇ। ਤੇ ਉਹ ਪ੍ਰੋਡਕਸ਼ਨ ਨੂੰ ਕਰਦਾ ਕੌਣ ਹੈ? ਕੋਈ ਵੀ ਫਰਮ ਦੇ ਵਿੱਚ ਜੋ ਪ੍ਰੋਡਿਊਸਰ ਹੈ, ਐਂਟਰਪ੍ਰੇਨਿਓਰ ਹੈ, ਉਸ ਪ੍ਰੋਡਕਸ਼ਨ ਨੂੰ ਉਹ ਫਰਮ ਕਰਦੀ ਹੈ ਜਾਂ ਫਿਰ ਪ੍ਰੋਡਿਊਸਰ ਕਰਦਾ ਹੈ। ਪ੍ਰੋਡਿਊਸਰ ਕਿਉਂ ਕਰਦਾ ਹੈ ਪ੍ਰੋਡਕਸ਼ਨ ਗੁੱਡਸ ਦੀ? ਕਿਉਂਕਿ ਗੁੱਡਸ ਦੇ ਬਦਲੇ ਉਹਨੂੰ ਕੀ ਮਿਲਦਾ ਹੈ? ਪ੍ਰੋਫਿਟ ਮਿਲਦਾ ਹੈ। ਜਦੋਂ ਉਹ ਆਪਣੀ ਫਰਮ ਦੇ ਵਿੱਚ, ਇੰਡਸਟਰੀ ਦੇ ਵਿੱਚ ਗੁੱਡਸ ਦੀ ਪ੍ਰੋਡਕਸ਼ਨ ਕਰੇਗਾ ਤਾਂ ਉਹ ਗੁੱਡਸ ਨੂੰ ਕੀ ਕਰੇਗਾ? ਉਸ ਤੋਂ ਬਾਅਦ ਸੇਲ ਕਰੇਗਾ, ਉਹਨਾਂ ਦੇ ਪ੍ਰਾਈਸ ਤੋਂ ਆਪਣੀ ਇਨਕਮ ਨੂੰ ਕੈਲਕੂਲੇਟ ਕਰੇਗਾ ਤੇ ਆਪਣੇ ਪ੍ਰੋਫਿਟ ਨੂੰ ਕੀ ਕਰੇਗਾ? ਮੈਕਸਿਮਾਈਜੇਸ਼ਨ ਕਰੇਗਾ। ਦੂਸਰੀ ਤਰਫ ਕੰਜ਼ਿਊਮਰਸ ਉਸੇ ਪ੍ਰੋਡਕਸ਼ਨ ਤੋਂ ਆਪਣੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਦਾ ਹੈ ਤੇ ਉਹਨਾਂ ਤੋਂ ਸੈਟਿਸਫੈਕਸ਼ਨ ਗੇਨ ਕਰਦਾ ਹੈ, यूटिलिटी गेन करता है। इस तरह से कह सकते हैं कि a producer combines inputs or factor of productions to produce output so as to maximize profit। कहते एक producers की करता inputs तो inputs means factor of productions ਨੂੰ land labor capital ਨੂੰ use ਕਰਦਾ ਹੈ ਤੇ ਉਸ ਤੋਂ output ਕਰਦਾ ਹੈ, means production ਕਰਦਾ ਹੈ। ਕਿਉਂ ਕਰਦਾ ਹੈ? ਕਿਉਂਕਿ ਉਹਨੇ ਕੀ ਕਰਨਾ? profit maximization ਕਰਨਾ। ਤਾਂ ਉਹ ਪ੍ਰੋਡਕਸ਼ਨਸ ਦੇ ਲਈ ਟੂ ਗੁੱਡਸ ਨੂੰ ਵੀ ਯੂਜ਼ ਕਰ ਸਕਦਾ, ਦੋ ਤੋਂ ਜ਼ਿਆਦਾ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਨੂੰ ਵੀ ਕੀ ਕਰ ਸਕਦਾ? ਯੂਜ਼ ਕਰ ਸਕਦਾ। ਤੇ ਹਰ ਇੱਕ ਜਿਹੜਾ ਪ੍ਰੋਡਿਊਸਰ ਹੈ, ਜਦੋਂ ਉਹਨੇ ਪ੍ਰੋਡਕਸ਼ਨ ਕਰਨੀ ਹੁੰਦੀ ਹੈ ਗੁੱਡਸ ਦੀ, ਤਾਂ ਉਹਨੂੰ ਕਈ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਨੇ। ਤਾਂ ਉਹ ਕਿਹੜੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਨੇ ਉਹਨੂੰ ਪ੍ਰੋਡਕਸ਼ਨ ਦੇ ਰਿਗਾਰਡਿੰਗ? ਜਦੋਂ ਇੱਕ ਪ੍ਰੋਡਿਊਸਰ ਨੇ ਪ੍ਰੋਡਕਸ਼ਨ ਕਰਨੀ ਹੈ, ਸਭ ਤੋਂ ਪਹਿਲਾਂ what should the firm produce? ਕਿ ਜਦੋਂ ਕਿਸੇ ਵੀ ਪ੍ਰੋਡਿਊਸਰਸ ਨੇ ਆਪਣੀ ਫਰਮ ਦੇ ਵਿੱਚ ਪ੍ਰੋਡਕਸ਼ਨ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਦੇਖਣਾ ਪੈਂਦਾ ਹੈ ਕਿ what should the firm produce, ਕਿ ਉਸਦੀ ਫਰਮ ਕਿਹੜੀ ਗੁੱਡ ਨੂੰ ਪ੍ਰੋਡਿਊਸ ਕਰੇ। ਕੰਜ਼ਿਊਮਰ ਗੁੱਡਸ ਨੂੰ ਪ੍ਰੋਡਿਊਸ ਕਰੇ ਜਾਂ ਫਿਰ ਲਗਜ਼ਰੀ ਆਈਟਮਸ ਜੋ ਹੈ ਆਪਣੀਆਂ ਕਮਰਸ਼ੀਅਲ ਗੁੱਡਸ ਹੋ ਗਈ ਜਾਂ ਫਿਰ ਫੂਡ ਗ੍ਰੇਨਸ ਹੋ ਗਏ, ਫੂਡ ਵਾਲੀ ਆਈਟਮਸ ਹੋ ਗਈਆਂ, ਉਹਨਾਂ ਨੂੰ ਪ੍ਰੋਡਿਊਸ ਕਰੇ। ਤਾਂ ਉਹਨੂੰ ਇਹ ਦੇਖਣਾ ਪੈਂਦਾ ਹੈ, ਤਾਂ ਫਰਸਟ ਚੁਆਇਸ ਕਰਨੀ ਪੈਂਦੀ ਹੈ ਉਹਨੂੰ। ਤਾਂ ਉਹ ਕਿਸ ਗੁੱਡ ਨੂੰ ਚੂਜ਼ ਕਰੇਗਾ? ਜਿਸ ਚੀਜ਼ ਦੀ ਡਿਮਾਂਡ ਮਾਰਕੀਟ ਦੇ ਵਿੱਚ ਜ਼ਿਆਦਾ ਹੋਏਗੀ ਤਾਂ ਉਹ ਪ੍ਰੋਡਿਊਸਰ ਉਸ ਗੁੱਡ ਨੂੰ ਹੀ ਯੂਜ਼ ਕਰੇਗਾ, ਕਿਉਂਕਿ ਉਸ ਨੂੰ ਕੀ ਮਿਲੇਗੀ? ਉਸ ਤੋਂ ਜ਼ਿਆਦਾ ਇਨਕਮ ਮਿਲੇਗੀ, ਉਹਦਾ ਪ੍ਰੋਫਿਟ ਉਸ ਤੋਂ ਜ਼ਿਆਦਾ ਹੋਏਗਾ। ਤਾਂ ਫਰਸਟ ਉਹਦੇ ਲਈ ਇੱਕ ਉਹ ਹੁੰਦੀ ਹੈ ਕਿ ਉਹਨੇ ਕੀ ਚੀਜ਼ ਨੂੰ ਪ੍ਰੋਡਿਊਸ ਕਰਨਾ, ਕਿਹੜੀ ਚੀਜ਼ ਨੂੰ ਉਹਨੇ ਪ੍ਰੋਡਿਊਸ ਕਰਨਾ ਹੈ। ਐਂਡ ਉਸ ਤੋਂ ਬਾਅਦ ਹੈ ਹਾਊ ਸ਼ੁੱਡ ਦਾ ਫਰਮ ਪ੍ਰੋਡਿਊਸ ਇਟਸ ਆਊਟਪੁੱਟ। ਦੂਸਰਾ ਉਹਦੇ ਸਾਹਮਣੇ ਕੁਐਸਚਨ ਇਹ ਹੁੰਦਾ ਹੈ ਕਿ ਉਹਨੇ ਜਿਹੜੀ ਵੀ ਗੁੱਡ ਨੂੰ ਪ੍ਰੋਡਿਊਸ ਕਰਨਾ ਹੈ ਤਾਂ ਉਸਨੇ ਉਸ ਪ੍ਰੋਡਕਸ਼ਨ ਨੂੰ ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਹੈ, ਉਹਨੇ ਕਿਹੜੀ ਟੈਕਨੀਕ ਨੂੰ ਯੂਜ਼ ਕਰਨਾ ਹੈ। ਕਿਉਂਕਿ ਤੁਹਾਨੂੰ ਪਤਾ ਹੈ ਕਿ ਟੈਕਨੀਕਸ ਦੋ ਹੁੰਦੀਆਂ ਨੇ, ਕੈਪੀਟਲ ਇੰਟੈਂਸਿਵ ਟੈਕਨੀਕਸ ਐਂਡ ਲੇਬਰ ਇੰਟੈਂਸਿਵ ਟੈਕਨੀਕ। ਫਰਸਟ ਸਟੈਪ ਸਾਹਮਣੇ ਇਹ ਹੁੰਦਾ ਹੈ ਕਿ ਅਗਰ ਉਸਨੇ ਉਸ ਗੁੱਡ ਨੂੰ ਪ੍ਰੋਡਿਊਸ ਕਰਨਾ ਹੈ ਤਾਂ ਉਹ ਲੇਬਰ ਦਾ ਜ਼ਿਆਦਾ ਯੂਜ਼ ਕਰੇਗਾ ਜਾਂ ਫਿਰ ਉਹ ਟੈਕਨੀਕਲਸ ਮੀਨਸ ਮਸ਼ੀਨਸ ਦਾ ਜ਼ਿਆਦਾ ਯੂਜ਼ ਕਰੇਗਾ। ਦਿਸ ਇਜ਼ ਅ ਸੈਕਿੰਡ questions ਜੋ ਉਹਨੂੰ ਦੇਖਣਾ ਪੈਂਦਾ ਹੈ। ਐਂਡ ਥਰਡ, how much the firm sell and at what price। ਤਾਂ ਉਹਨੇ ਜਦੋਂ ਹੁਣ ਗੁੱਡ ਨੂੰ ਪ੍ਰੋਡਿਊਸ ਕਰ ਲਿਆ ਤਾਂ ਉਹ ਉਸ ਗੁੱਡ ਨੂੰ ਕਿੱਦਾਂ ਸੇਲ ਕਰੇ, ਠੀਕ ਹੈ, ਉਹਦੀ ਸੇਲ ਕਿਵੇਂ ਵਧਾਵੇ ਤੇ ਉਹ ਕਿਸ ਪ੍ਰਾਈਸ ਤੇ ਆਪਣੇ ਗੁੱਡ ਨੂੰ ਸੇਲ ਕਰੇ। ਉਸਨੂੰ ਆਪਣੀ ਗੁੱਡ ਦਾ ਪ੍ਰਾਈਸ ਵੀ ਫਿਕਸ ਕਰਨਾ ਪੈਂਦਾ ਹੈ। ਉਹ ਉਸ ਗੁੱਡ ਦਾ ਪ੍ਰਾਈਸ ਕਾਸਟ ਤੋਂ ਜ਼ਿਆਦਾ ਫਿਕਸ ਕਰੇਗਾ ਤਾਂ ਜੋ ਉਹਦੀ ਕਾਸਟ ਵੀ ਨਿਕਲ ਜਾਵੇ ਤੇ ਉਹਨੂੰ ਰੈਵਨਿਊ ਵੀ ਮਿਲ ਜਾਵੇ। ਐਂਡ ਉਸ ਤੋਂ ਬਾਅਦ ਹਾਊ ਸ਼ੁੱਡ ਦਾ ਫਰਮ ਪ੍ਰਮੋਟ ਇਟਸ ਪ੍ਰੋਡਕਟਸ। ਫੋਰਥ ਕੁਐਸਚਨ ਆਉਂਦਾ ਹੈ ਕਿ ਉਸ ਪ੍ਰੋਡਿਊਸਰਸ ਨੇ ਜਿਹੜੇ ਪ੍ਰੋਡਕਟ ਨੂੰ ਪ੍ਰੋਡਿਊਸ ਕੀਤਾ ਹੈ ਉਹਨੇ ਉਸਨੂੰ ਪ੍ਰਮੋਟ ਕਿੱਦਾਂ ਕਰਨਾ ਹੈ। ਪ੍ਰਮੋਟ ਕਰਨਾ ਹੈ ਮਤਲਬ ਉਹਦੀ ਐਡਵਰਟਾਈਜ਼ਮੈਂਟ ਕਿੱਦਾਂ ਕਰਨੀਆਂ ਨੇ, ਕਿੱਦਾਂ ਲੋਕਾਂ ਨੂੰ ਉਹਨੇ ਮੋਟੀਵੇਟ ਕਰਨਾ ਹੈ, ਪੀਪਲਸ ਨੂੰ ਮੋਟੀਵੇਟ ਕਰਨਾ ਹੈ ਤਾਂ ਉਹ ਉਸ ਫਰਮ ਦੇ ਬਣੇ ਹੋਏ ਪ੍ਰੋਡਕਟਸ ਦੀ ਡਿਮਾਂਡ ਜ਼ਿਆਦਾ ਤੋਂ ਜ਼ਿਆਦਾ ਕਰਨ। तब कोई भी मैथड्स यूज कर सकता है, पैम्पलेट्स यूज कर सकता है, न्यूज़पेपर यूज कर सकता है, रेडियो टीवी यूज कर सकता है। ਤਾਂ ਉਹ ਡਿਫਰੈਂਟ ਸਪੇਸ ਨੇ ਜਿਹਨਾਂ ਦੇ ਥਰੂ ਆਪਣੇ ਜਿਹੜਾ ਪ੍ਰੋਡਕਟ ਹੈ ਉਹਦੀ ਐਡਵਰਟਾਈਜ਼ਮੈਂਟ ਕਰ ਸਕਦਾ ਹੈ। ਤੇ ਉਸ ਤੋਂ ਬਾਅਦ ਉਹਨਾਂ ਦੇ ਡਿਸੀਜਨਸ ਆਉਂਦੇ ਨੇ ਕਿ ਉਹ ਕਿਸ ਤਰ੍ਹਾਂ ਆਪਣੇ ਜਿਹੜੇ ਪ੍ਰੋਡਕਟਸ ਉਹਦੀ ਸੇਲ ਵਧਾਵੇ ਤੇ ਉਹਦੀ ਪ੍ਰੋਡਕਟ
ਦੀ ਪੈਕੇਜਿੰਗ ਲੇਬਲਿੰਗ ਕਿੱਦਾਂ ਦੀ ਹੋਵੇ, ਠੀਕ ਹੈ। ਇਹ ਸਾਰੇ ਜਿਹੜੇ ਸਟੈਪਸ ਨੇ ਇੱਕ ਪ੍ਰੋਡਿਊਸਰਸ ਨੂੰ ਕੀ ਕਰਨੇ ਪੈਂਦੇ ਨੇ, ਫੋਲੋ ਕਰਨੇ ਪੈਂਦੇ ਨੇ। ਤੇ ਉਹ ਟੂ ਗੁੱਡਸ ਮੀਨਸ ਜਿਹੜੇ ਆਪਣੇ ਇਨਪੁਟਸ ਤੇ ਆਊਟਪੁਟਸ ਨੇ ਉਹਨਾਂ ਦੇ ਕੰਬੀਨੇਸ਼ਨਸ ਨੂੰ ਐਦਾਂ ਸੈੱਟ ਕਰਦਾ ਹੈ ਤੇ ਇਸ ਤਰ੍ਹਾਂ ਉਹ ਆਪਣੇ ਪ੍ਰੋਡਕਟ ਦੀ ਪ੍ਰੋਡਕਸ਼ਨ ਕਰਦਾ ਹੈ ਤਾਂ ਜੋ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ 4 ਫੈਕਟਰ ਆਫ ਪ੍ਰੋਡਕਸ਼ਨਸ ਉਹਨਾਂ ਦੇ ਵਿੱਚ ਡਿਫਰੈਂਟ ਕੰਬੀਨੇਸ਼ਨਸ ਆਫ ਫੈਕਟਰਸ ਨੂੰ ਐਦਾਂ ਚੂਜ਼ ਕਰਦਾ ਹੈ ਤਾਂ ਜੋ ਪ੍ਰੋਡਕਟ ਤੇ ਬਣਾਉਣ ਵਾਲੀ ਜਿਹੜੀ ਉਹਦੀ ਕਾਸਟ ਹੈ ਕੀ ਹੋਵੇ, ਲੀਸਟ ਕਾਸਟ ਆਵੇ, ਘੱਟ ਤੋਂ ਘੱਟ ਕਾਸਟ ਆਵੇ ਤੇ ਜ਼ਿਆਦਾ ਤੋਂ ਜ਼ਿਆਦਾ ਕੀ ਹੋਵੇ, ਇਨਪੁਟ ਹੋਵੇ। ਤਾਂ ਮੇਨ ਏਮ ਇੱਕ ਫਰਮ ਤੇ ਇੱਕ ਪ੍ਰੋਡਿਊਸਰ ਦਾ ਕੀ ਹੁੰਦਾ ਹੈ, ਵੱਧ ਤੋਂ ਵੱਧ ਪ੍ਰੋਡਕਸ਼ਨਸ ਕਰਕੇ ਬੈਨੀਫਿਟ ਗੇਨ ਕਰਨਾ, ਇਨਕਮ ਗੇਨ ਕਰਨਾ, ਠੀਕ ਹੈ। ਦਿਸ ਇਜ਼ ਅ ਪ੍ਰੋਡਕਸ਼ਨ। ਤੇ ਉਸ ਤੋਂ ਬਾਅਦ ਤੁਸੀਂ ਆਪਣੀ ਦੇਖ ਸਕਦੇ ਹੋ ਕਿ ਡੈਫੀਨੇਸ਼ਨ ਪ੍ਰੋਡਕਸ਼ਨ ਦੀ। ਤਾਂ ਦੇਖੋ ਪ੍ਰੋਫੈਸਰ ਫਰਗੂਸਨ ਦੇ ਅਨੁਸਾਰ ਉਤਪਾਦਨ ਦੇ ਸਿਧਾਂਤ ਦਾ ਸੰਬੰਧ ਉਸ ਵਿਸ਼ਲੇਸ਼ਣ ਨਾਲ ਹੈ ਜਿਸ ਦੀ ਸਹਾਇਤਾ ਨਾਲ ਉਤਪਾਦਕ ਇੱਕ ਨਿਸ਼ਚਿਤ ਉਤਪਾਦਨ ਤਕਨੀਕ ਦੇ ਆਧਾਰ ਤੇ ਵੱਖਰੇ ਸਾਧਨਾਂ ਦਾ ਕੁਸ਼ਲਤਾਪੂਰਵਕ ਇਸ ਤਰ੍ਹਾਂ ਸੰਜੋਗ ਕਰਦਾ ਹੈ ਜਿਸ ਨਾਲ ਇੱਕ ਨਿਊਨਤਮ ਲਾਗਤ ਤੇ ਨਿਸ਼ਚਿਤ ਮਾਤਰਾ ਵਿੱਚ ਉਤਪਾਦਨ ਕੀਤਾ ਜਾ ਸਕੇ। ਮੀਨਸ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਕੀ ਹੁੰਦਾ ਹੈ, ਉਤਪਾਦਨ ਦੇ ਲਈ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਉਹ ਉਤਪਾਦਨ ਦੇ ਸਾਧਨਾਂ ਫੈਕਟਰ ਆਫ ਪ੍ਰੋਡਕਸ਼ਨ ਤੇ ਟੈਕਨੋਲੋਜੀ ਦਾ ਇਸ ਤਰ੍ਹਾਂ ਯੂਜ਼ ਕਰੇਗਾ, ਇਸ ਤਰ੍ਹਾਂ ਦੇ ਕੰਬੀਨੇਸ਼ਨਸ ਨੂੰ ਵਰਤੇਗਾ ਤਾਂ ਜੋ ਜਿੰਨੀ ਵੀ ਉਹ ਪ੍ਰੋਡਕਸ਼ਨ ਕਰੇ ਉਸ ਤੇ ਜੋ ਉਹਦੀ ਕਾਸਟ ਆਈ ਉਹ ਕੀ ਹੋਵੇ, ਮਿਨੀਮਮ ਹੋਵੇ, ਘੱਟ ਤੋਂ ਘੱਟ ਹੋਵੇ। ਇਹਦੇ ਥਿਊਰੀ ਆਫ ਪ੍ਰੋਡਕਸ਼ਨ ਸਾਨੂੰ ਇਹ ਦੱਸਦੀ ਹੈ ਕਿ ਕਿੱਦਾਂ ਅਸੀਂ ਜ਼ਿਆਦਾ ਆਊਟਪੁੱਟ ਤੇ ਘੱਟ ਇਨਪੁਟਸ ਨੂੰ ਯੂਜ਼ ਕਰਕੇ ਮੈਕਸਿਮਮ ਪ੍ਰੋਫਿਟਸ ਨੂੰ ਗੇਨ ਕਰ ਸਕਦੇ। ਤਾਂ ਆਪਾਂ ਜੋ ਹੈ ਇਹ ਵਾਲਾ ਥਿਊਰੀ ਆਫ ਪ੍ਰੋਡਕਸ਼ਨਸ ਇਹਦੇ ਸੰਬੰਧ ਦੇ ਵਿੱਚ ਟੂ ਮੇਨ ਜੋ ਆਪਣੇ ਕਨਸੈਪਟਸ ਨੇ ਉਹਨਾਂ ਨੂੰ ਦੇਖਾਂਗੇ। ਤਾਂ ਫਰਸਟ ਕਨਸੈਪਟ ਹੈ ਇਹਨਾਂ ਦੇ ਵਿੱਚ ਪ੍ਰੋਡਕਸ਼ਨ ਫੰਕਸ਼ਨ ਐਂਡ ਸੈਕੰਡ ਕਨਸੈਪਟ ਹੈ ਲਾ ਆਫ ਵੇਰੀਏਬਲ ਪ੍ਰਪੋਰਸ਼ਨ, ਠੀਕ ਹੈ। ਦੇਖ ਲਓ ਤੁਸੀਂ ਹੁਣ ਕੀ ਕਰਦੇ ਆਪਾਂ ਆਪਣੀਆਂ ਡੇਲੀ ਜਿਹੜੀਆਂ ਨੀਡਸ ਨੇ ਤੁਸੀਂ ਦੇਖੀ ਹੈ ਕਿ ਜਿਹੜੀ ਆਪਣੀ ਇਕਨੋਮਿਕਸ ਹੈ ਉਹਦਾ ਮੇਨ ਏਮ ਕੀ ਹੈ, ਇਕਨੋਮਿਕ ਐਕਟੀਵਿਟੀਜ਼ ਨੂੰ ਦੇਖਣਾ ਕਿ ਕਿੱਦਾਂ ਆਪਣਾ ਜਿਹੜਾ ਹਿਊਮਨ ਹੈ ਉਹ ਇਕਨੋਮਿਕ ਐਕਟੀਵਿਟੀਜ਼ ਕਰਦਾ ਹੈ ਤੇ ਉਹਨਾਂ ਦੇ ਥਰੂ ਕੀ ਕਰਦਾ ਹੈ, ਆਪਣੀਆਂ ਵਾਂਟਸ ਨੂੰ ਸੈਟੀਸਫਾਈ ਕਰਦਾ ਹੈ ਤੇ ਮੈਕਸਿਮਮ ਸੈਟਿਸਫੈਕਸ਼ਨ ਗੇਨ ਕਰਦਾ ਹੈ, ਠੀਕ ਹੈ। ਜਿਹੜਾ ਕੰਜ਼ਿਊਮਰ ਹੈ ਉਹ ਮਟੀਰੀਅਲਸ ਤੇ ਨਾਨ ਮਟੀਰੀਅਲਸ ਮੀਨਸ ਗੁੱਡਸ ਤੇ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਬਾਈ ਕਰਦਾ, ਯੂਜ਼ ਕਰਦਾ ਤੇ ਉਹਨਾਂ ਦੇ ਥਰੂ ਆਪਣੀਆਂ ਇਕਨੋਮਿਕ ਵਾਂਟਸ ਨੂੰ ਪੂਰਾ ਕਰਦਾ ਹੈ। ਤੇ ਇਹ ਦੋਵੇਂ ਤਰ੍ਹਾਂ ਦੀਆਂ ਵਾਂਟਸ ਨੂੰ ਪੂਰਾ ਕੌਣ ਕਰਦਾ, ਜਿਹੜੀ ਆਪਣੀਆਂ ਮਟੀਰੀਅਲ ਥਿੰਗਸ ਨੇ ਉਹਨਾਂ ਨੂੰ कौन अवेलेबल करवाएगा, सानू प्रोडक्शन से थ्रू सानू अवेलेबल होंगे। प्रोडक्शन कौन करेगा, प्रोड्यूसर करेगा, फैक्ट्रीज दे विच करेगा। तब एक किसी भी बिग प्रोड्यूसर्स ते डिपेंड करदी होंदियां ने कि प्रोड्यूसर्स दा एम की है। अगर ओदा एम है प्रोड्यूसर दा कि मैं मैक्सिमम प्रॉफिट गेन करना है तां वो ये देखेगा कि किस तरह वो वध तो वध उत्पादन करे अपने घट तो घट लागत लगा के। ते अगर ओदा मेन एम सोशल वेलफेयर है दैन वो फिर अपनी गुड्स की सप्लाई रेगुलर करेगा, बिना सोचे समझे करेगा क्योंकि उन्हें सोसाइटी दे विच अपने प्रोडक्ट्स की डिमांड ਨੂੰ इंक्रीज करना है, नीड्स ਨੂੰ फुलफिल करना है। तब फैक्टर ऑफ प्रोडक्शन ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਆਪਾਂ ਡਿਫਰੈਂਟ ਜਿਹੜੇ ਫੈਕਟਰਸ ਨੇ ਆਪਣੇ ਉਤਪਾਦਨ ਦੇ ਉਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਤਾਂ ਇਹ ਸਾਡੇ ਜਿਹੜੇ ਪ੍ਰੋਡਿਊਸਰ ਤੇ ਡਿਪੈਂਡ ਕਰਦਾ ਹੈ ਕਿ ਉਹਨੇ ਕਿਸ ਤਰ੍ਹਾਂ ਕਿਹੜੇ ਫੈਕਟਰ ਨੂੰ ਜ਼ਿਆਦਾ ਯੂਜ਼ ਕਰਨਾ ਹੈ, ਕਿਹੜੇ ਫੈਕਟਰ ਨੂੰ ਘੱਟ ਯੂਜ਼ ਕਰਨਾ ਹੈ। ਤਾਂ ਥਿਊਰੀ ਆਫ ਪ੍ਰੋਡਕਸ਼ਨ ਸਾਨੂੰ ਦੱਸਦੀ ਹੈ ਕਿ ਆਪਾਂ ਇਹਦੇ ਵਿੱਚ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਐਕਸਪਲੇਨ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਇਨਪੁਟਸ ਤੇ ਆਊਟਪੁਟਸ ਨੂੰ ਦੇਖਦੇ ਆ। ਇਨਪੁਟਸ ਤੇ ਆਊਟਪੁਟਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ। ਤਾਂ ਇਹਨਾਂ ਦੇ ਲਈ ਆਪਾਂ ਮੇਨ ਟੂ ਕੰਸਰਨਸ ਥਿੰਗਸ ਤੇ ਦਵਾਂਗੇ। ਤਾਂ ਫਰਸਟ ਇਜ਼ ਪ੍ਰੋਡਕਸ਼ਨ ਫੰਕਸ਼ਨ ਐਂਡ ਸੈਕੰਡ ਇਜ਼ ਲਾ ਆਫ ਵੇਰੀਏਬਲ ਪ੍ਰਪੋਰਸ਼ਨ। ਸਭ ਤੋਂ ਪਹਿਲਾਂ ਦੇਖੋ ਕਿ ਪ੍ਰੋਡਕਸ਼ਨ ਫੰਕਸ਼ਨ ਕੀ ਹੁੰਦਾ ਹੈ। ਪ੍ਰੋਡਕਸ਼ਨ ਫੰਕਸ਼ਨ ਸਾਨੂੰ ਕੀ ਦੱਸਦਾ ਹੈ, ਉਤਪਾਦਨ ਫਲਨ ਇੱਕ ਫਰਮ ਦੇ ਭੌਤਿਕ ਉਤਪਾਦਨ ਅਤੇ ਉਤਪਾਦਨ ਦੇ ਸਾਧਨਾਂ ਵਿੱਚ ਸੰਬੰਧ ਹੈ। ਕਹਿੰਦੇ ਕਿ ਆ ਪ੍ਰੋਡਕਸ਼ਨ ਫੰਕਸ਼ਨ ਸਾਨੂੰ ਦੱਸਦਾ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਪ੍ਰੋਡਕਸ਼ਨ ਐਂਡ ਫੈਕਟਰ ਆਫ ਪ੍ਰੋਡਕਸ਼ਨਸ, ਦੋਨਾਂ ਦੇ ਵਿੱਚ ਸੰਬੰਧ ਦੱਸਦਾ ਹੈ, ਠੀਕ ਹੈ। ਤਦ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਆਊਟਪੁੱਟ ਹੈ ਮੀਨਸ ਇਨਕਮ ਹੈ, ਵਾਈ ਹੈ, इक्वल टू किस चीज का फंक्शन है, लैंड, लेबर, कैपिटल एंड एंटरप्रेन्योर। ਜਿਹੜੇ 4 फैक्टर ऑफ प्रोडक्शंस ने ਇਹਨਾਂ ਦਾ फंक्शन ਸਾਡੀ ਕੀ ਹੈ, आउटपुट है, ठीक है। प्रोडक्शन फंक्शन ਸਾਡਾ ਇਸ ਤੇ ਡਿਪੈਂਡ ਕਰਦਾ ਹੈ, ਇਹਨਾਂ ਫੈਕਟਰਸ ਤੇ ਡਿਪੈਂਡ ਕਰਦਾ ਹੈ। ਜਿਵੇਂ ਕਿ ਤੁਸੀਂ ਇਸ ਡਾਇਗਰਾਮਸ ਦੇ ਵਿੱਚ ਵੀ ਦੇਖ ਸਕਦੇ ਹੋ ਕਿ 4 फैक्टर ऑफ प्रोडक्शंस ਨੇ ਤੇ ਗੱਬੇ ਕੀ ਫੈਕਟਰ ਆਫ ਪ੍ਰੋਡਕਸ਼ਨਸ ਕਿ ਆਪਾਂ ਜਦੋਂ ਕਿਸੇ ਵੀ ਚੀਜ਼ ਦੀ
प्रोडक्शन करनी है तो आप ये 4 फैक्टर्स ਨੂੰ यूज करके की कर सकते हैं प्रोडक्शन कर सकते हैं ਤੇ ਕਿਸੇ ਵੀ ਪ੍ਰੋਡਿਊਸਰਸ ਨੂੰ ਇਹਨਾਂ 4 ਫੈਕਟਰਸ ਦੇ ਬਦਲੇ ਕੁਝ ਨਾ ਕੁਝ ਪੇਮੈਂਟ ਕਰਨਾ ਪੈਂਦਾ ਜੋ ਉਹ ਪੇਮੈਂਟਸ ਉਹਨਾਂ ਦੀ ਕੀ ਹੁੰਦੀ ਆ ਖਰਚਾ ਹੁੰਦਾ ਹੈ ਤਾਂ ਉਹ ਲੈਂਡ ਦੇ ਬਦਲੇ ਪ੍ਰੋਡਿਊਸਰਸ ਨੂੰ ਕੀ ਪੇ ਕਰਨਾ ਪੈਂਦਾ ਹੈ ਰੈਂਟ ਪੇ ਕਰਨਾ ਪੈਂਦਾ ਹੈ ਲੇਬਰ ਦੇ ਬਦਲੇ ਵੇਜਸ ਦੇਣੀਆਂ ਪੈਂਦੀਆਂ ਨੇ कैपिटल के बदले इंटरस्ट देना पैंदा है एंड एंटरप्रेन्योर्स ਨੂੰ ਕੀ ਮਿਲਦਾ प्रॉफिट मिलता जो डिस्ट्रीब्यूट ਹੁੰਦਾ ਅੱਗੇ ਸਾਰੇ ਪੀਪਲਸ ਦੇ ਵਿੱਚ ਠੀਕ ਹੈ ਤਾਂ ਇਹ 4 ਫੈਕਟਰ ਆਫ ਪ੍ਰੋਡਕਸ਼ਨ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਆਪਾਂ ਕੀ ਕਰਦੇ ਹੁੰਦੇ ਆ ਆਊਟਪੁੱਟ ਕਰਦੇ ਹੁੰਦੇ ਆ ਤਾਂ ਇਹਨਾਂ ਦੇ ਵਿੱਚ ਕਹਿੰਦੇ ਰਿਲੇਸ਼ਨਸ਼ਿਪ ਦੱਸਦਾ ਹੈ ਸਾਨੂੰ ਪ੍ਰੋਡਕਸ਼ਨ ਫੰਕਸ਼ਨ ਕਿ ਕਿਸ ਤਰ੍ਹਾਂ ਆਪਾਂ ਇਹ 4 ਫੈਕਟਰ ਆਫ प्रोडक्शन से कॉम्बीनेशंस ਨੂੰ ਲੈ ਕੇ ਲੈਂਡ ਲੇਬਰ ਕਿਸੇ ਦੀ ਘੱਟ ਕੁਆਂਟੀਟੀ ਕਿਸੇ ਦੀ ਜ਼ਿਆਦਾ ਕੁਆਂਟੀਟੀ ਨੂੰ ਲੈ ਕੇ ਕਿੱਦਾਂ ਆਪਾਂ ਇਹਨਾਂ ਇਨਪੁਟਸ ਨੂੰ ਯੂਜ਼ ਕਰਕੇ ਆਊਟਪੁੱਟ ਕਰਨੀ ਹੈ ਇੱਕ ਫਰਮ ਦੇ ਵਿੱਚ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਤਾਂ ਟਾਈਪਸ ਆਫ ਪ੍ਰੋਡਕਸ਼ਨ ਫੰਕਸ਼ਨ ਹੈ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਦੇ ਟਾਈਪਸ ਨੇ ਉਹ ਡਿਫਰੈਂਟ ਨੇ ਮੋਸਟਲੀ 3 ਟਾਈਪਸ ਨੇ ਪ੍ਰੋਡਕਸ਼ਨ ਫੰਕਸ਼ਨ ਦੀਆਂ ਜਿਹਦੇ ਵਿੱਚੋਂ ਫਰਸਟ ਹੈ ਪ੍ਰੋਡਕਸ਼ਨ ਫੰਕਸ਼ਨ ਇਨਵੋਲਵਿੰਗ ਚੇਂਜ ਇਨ ਵਨ ਥਿੰਗ ਜਦੋਂ ਕਹਿੰਦੇ ਆਪਾਂ ਸਿਰਫ ਇੱਕ ਪ੍ਰਪੋਰਸ਼ਨ ਦੇ ਵਿੱਚ ਚੇਂਜ ਕਰਦੇ ਹਾਂ ਸੈਕੰਡਲੀ ਪ੍ਰੋਡਕਸ਼ਨ ਫੰਕਸ਼ਨ ਨਾਲ ਰਿਲੇਟ ਕਰਦਾ ਹੈ ਜਦੋਂ ਅਸੀਂ ਇੱਕ ਚੇਂਜ ਇਨ ਸਕੇਲ ਲਾਰਜ ਲੈਵਲ ਤੇ ਚੇਂਜ ਕਰਦੇ ਹਾਂ ਆਪਣੇ ਫੈਕਟਰ ਆਫ ਪ੍ਰੋਡਕਸ਼ਨ ਵਿੱਚ ਐਂਡ ਥਰਡਲੀ ਜਦੋਂ ਅਸੀਂ ਪ੍ਰਪੋਰਸ਼ਨਲੀ ਐਂਡ ਸਕੇਲ ਦੋਨਾਂ ਦੇ ਵਿੱਚ ਕਹਿੰਦੇ ਇਕੁਅਲੀ ਕੀ ਕਰਦੇ ਹਾਂ ਫਿਕਸ ਤੇ ਵੇਰੀਏਬਲ ਫੈਕਟਰਸ ਦੋਨਾਂ ਦੇ ਕੰਬੀਨੇਸ਼ਨਸ ਦੇ ਵਿੱਚ ਚੇਂਜ ਕਰਦੇ ਦਿਸ ਇਜ਼ ਦ ਥਰਡ ਟਾਈਪ ਆਫ ਪ੍ਰੋਡਕਸ਼ਨਸ ਜਿਹਦੇ ਵਿੱਚ ਆਪਾਂ ਇਹਨਾਂ ਨੂੰ 1 1 y ਕਰਕੇ ਪੜਾਂਗੇ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਕੀ ਹੈ ਕਹਿੰਦੇ ਡਿਫਰੈਂਟ ਟਾਈਪਸ ਆਫ ਜਿਹੜੇ ਆਪਣੇ ਇਨਪੁਟਸ ਨੇ ਉਹ ਹੁੰਦੇ ਨੇ ਤਾਂ ਆਪਾਂ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਕੁਝ 4 ਫੈਕਟਰਸ ਦੇ ਵਿੱਚ ਕੁਝ ਫਿਕਸ ਫੈਕਟਰ ਹੁੰਦੇ ਨੇ ਕੁਝ ਵੇਰੀਏਬਲਸ ਫੈਕਟਰ ਹੁੰਦੇ ਨੇ ਸਭ ਤੋਂ ਪਹਿਲਾਂ ਫਿਕਸ ਫੈਕਟਰਸ ਆਫ ਪ੍ਰੋਡਕਸ਼ਨਸ ਕੀ ਹੁੰਦੇ ਨੇ ਜਿਨ੍ਹਾਂ ਨੂੰ ਫਿਕਸ ਇਨਪੁਟ ਵੀ ਕਿਹਾ ਜਾਂਦਾ ਹੈ ਕਹਿੰਦੇ ਆ ਫਿਕਸਡ ਇਨਪੁਟ ਔਰ ਫੈਕਟਰ ਆਫ ਪ੍ਰੋਡਕਸ਼ਨ ਇਜ਼ ਡਿਫਾਈਨਡ ਐਜ਼ ਵਨ the quantity of which cannot be changed in the short run ਦੇਖੋ ਫਿਕਸ ਫੈਕਟਰ ਆਫ ਪ੍ਰੋਡਕਸ਼ਨ ਉਹ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਜਦੋਂ ਵੀ ਆਪਣੇ ਫਰਮ ਦੇ ਵਿੱਚ ਆਪਾਂ ਨੇ ਕਿਸੇ ਗੁੱਡ ਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੈ ਤਾਂ ਫਿਕਸ ਫੈਕਟਰਸ ਨੂੰ ਆਪਾਂ ਇਨਕਰੀਜ਼ ਨਹੀਂ ਕਰ ਸਕਦੇ ਫਿਕਸ ਫੈਕਟਰ ਨੂੰ ਆਪਾਂ ਐਨੇ ਥੋੜੇ ਸਮੇਂ ਦੇ ਵਿੱਚ ਸ਼ਾਰਟ ਰਨ ਦੇ ਵਿੱਚ ਉਹਨਾਂ ਦੀ ਕੁਆਂਟੀਟੀ ਨੂੰ ਇਨਕਰੀਜ਼ ਨਹੀਂ ਕਰ ਸਕਦੇ ਫਿਕਸ ਫੈਕਟਰ ਦੇ ਵਿੱਚ ਚੇਂਜ ਕਰਨਾ ਸ਼ਾਰਟ ਰਨ ਦੇ ਵਿੱਚ ਕੀ ਹੁੰਦਾ ਡਿਫਰੈਂਟ ਹੁੰਦਾ ਫਿਕਸ ਫੈਕਟਰ ਮੋਸਟਲੀ ਕੀ ਰਹਿੰਦੇ ਨੇ ਸ਼ਾਰਟ ਰਨ ਦੇ ਵਿੱਚ ਫਿਕਸ ਹੀ ਰਹਿੰਦੇ ਨੇ ਸਿਰਫ ਇਹਨਾਂ ਨੂੰ ਲੌਂਗ ਰਨ ਦੇ ਵਿੱਚ ਚੇਂਜ ਕੀਤਾ ਜਾ ਸਕਦਾ ਹੈ that is a fixed variable and fixed inputs ਜਿਨ੍ਹਾਂ ਨੂੰ ਸ਼ਾਰਟ ਰਨ ਦੇ ਵਿੱਚ ਚੇਂਜ ਕਰਕੇ ਇਨਕਰੀਜ਼ ਕਰਕੇ ਆਪਾਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਨਹੀਂ ਕਰ ਸਕਦੇ ਤਾਂ ਫਿਕਸ ਫੈਕਟਰਸ ਕਿਹੜੇ ਹੁੰਦੇ ਨੇ ਜਿਵੇਂ ਕਿ ਸਕਿਲਡ ਲੇਬਰ ਹੋ ਗਿਆ ਆਪਣੀ ਲੈਂਡ ਹੋ ਗਿਆ ਬਿਲਡਿੰਗ ਹੋ ਗਈ ਪਲਾਂਟ ਹੋ ਗਿਆ ਮੇਜਰ ਇਕਵਿਪਮੈਂਟ ਹੋ ਗਈ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਪੈਸਾ ਲਗਾਉਣ ਲਈ ਸਾਨੂੰ ਟਾਈਮ ਵੀ ਚਾਹੀਦਾ ਤੇ ਸਾਡੇ ਕੋਲ ਬਹੁਤ ਜ਼ਿਆਦਾ ਪੈਸਾ ਵੀ ਚਾਹੀਦਾ ਜਦੋਂ ਆਪਾਂ ਨੇ ਸ਼ਾਰਟ ਰਨ ਦੇ ਵਿੱਚ ਇੱਕੋ ਦਮ ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੈ ਤਾਂ ਆਪਾਂ ਇਹਨਾਂ ਫਿਕਸ ਫੈਕਟਰਸ ਦੇ ਵਿੱਚ ਇਨਕਰੀਜ਼ ਨਹੀਂ ਕਰ ਸਕਦੇ ਹੁੰਦੇ ਤਾਂ ਇਹ ਫਿਕਸ ਫੈਕਟਰਸ ਸ਼ਾਰਟ ਰਨ ਦੇ ਵਿੱਚ ਕੀ ਰਹਿੰਦੇ ਨੇ ਫਿਕਸ ਰਹਿੰਦੇ ਨੇ ਤਾਂ ਦੂਸਰੇ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਹੁੰਦੇ ਨੇ ਉਹ ਹੁੰਦੇ ਨੇ ਵੇਰੀਏਬਲ ਫੈਕਟਰਸ ਵੇਰੀਏਬਲ ਇਨਪੁਟਸ ਜਾਂ ਵੇਰੀਏਬਲ ਫੈਕਟਰ ਆਫ ਪ੍ਰੋਡਕਸ਼ਨ ਬੋਲਿਆ ਜਾਂਦਾ ਇਹਨਾਂ ਨੂੰ ਵੇਰੀਏਬਲਸ ਇਨਪੁਟਸ ਐਂਡ ਫੈਕਟਰ ਆਫ ਪ੍ਰੋਡਕਸ਼ਨਸ ਉਹ ਹੁੰਦੇ ਨੇ ਜਿਹਨਾਂ ਨੂੰ ਆਪਾਂ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ ਸ਼ਾਰਟ ਰਨ ਦੇ ਵਿੱਚ ਵੀ ਤੇ ਲੌਂਗ ਰਨ ਦੇ ਵਿੱਚ ਫॉर एग्जांपल ਜਿਵੇਂ ਕਿ ਵੇਰੀਏਬਲਸ ਫੈਕਟਰਸ ਕੀ ਹੋਏ ਜਿਵੇਂ ਕਿ ਆਪਾਂ ਲੇਬਰ ਨੂੰ ਇਨਕਰੀਜ਼ ਕਰ ਸਕਦੇ ਹਾਂ ਸ਼ਾਰਟ ਰਨ ਦੇ ਵਿੱਚ ਲੇਬਰ ਅਸੀਂ ਕੱਲ 4 ਲਗਾਈ ਸੀ ਹੁਣ ਮੈਂ ਅੱਜ ਮੈਨੂੰ ਜ਼ਿਆਦਾ ਪ੍ਰੋਡਕਸ਼ਨ ਚਾਹੀਦੀ ਹੈ 8 ਲਗਾ ਸਕਦੀ ਹਾਂ ਸ਼ਾਰਟ ਰਨ ਦੇ ਵਿੱਚ ਇਨਕਰੀਜ਼ ਕਰ ਸਕਦੀ ਹਾਂ ਤੇ ਰॉ ਮਟੀਰੀਅਲ ਕੱਲ ਮੈਂ ਰॉ ਮਟੀਰੀਅਲ ਕੱਲ ਘੱਟ ਲਿੱਤਾ ਸੀ ਅੱਜ ਮੈਂ ਹੋਰ ਬਾਈ ਕਰ ਲਿਆ ਕਿਉਂਕਿ ਮੈਂ ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੈ ਦਿਸ ਇਜ਼ ਦਾ ਵੇਰੀਏਬਲ ਇਨਪੁਟਸ ਜਿਨ੍ਹਾਂ ਨੂੰ ਚੇਂਜ ਕਰਕੇ ਮੈਂ ਸ਼ਾਰਟ ਰਨ ਦੇ ਵਿੱਚ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦਾ ਲੇਕਿਨ ਫਿਕਸ ਫੈਕਟਰ ਸ਼ਾਰਟ ਰਨ ਦੇ ਵਿੱਚ ਫਿਕਸ ਰਹਿੰਦੇ ਨੇ ਇੱਕੋ ਦਮ ਮੈਂ ਆਪਣੀ ਬਿਲਡਿੰਗ ਦਾ ਸਾਈਜ਼ ਪਲਾਨ ਦੇ ਮਸ਼ੀਨਰੀ ਨੂੰ ਬਾਏ ਨਹੀਂ ਕਰ ਸਕਦਾ ਕਿਉਂਕਿ ਉਹ ਮੇਰੇ ਬਜਟ ਤੋਂ ਬਾਹਰ ਹੈ ਐਂਡ ਸ਼ਾਰਟ ਟਾਈਮ ਦੇ ਵਿੱਚ ਉਹਨਾਂ ਨੂੰ ਅਰੇਂਜ ਕਰਨਾ ਮੁਸ਼ਕਿਲ ਹੈ ਤਦ ਇਹਨਾਂ ਫਿਕਸ ਤੇ ਵੇਰੀਏਬਲ ਫੈਕਟਰਸ ਦੋਨਾਂ ਦੇ ਕੰਬੀਨੇਸ਼ਨ ਨੂੰ ਚੂਜ਼ ਕਰਕੇ ਹੀ ਮੈਂ ਕੀ ਕਰਦੀ ਹਾਂ ਫੈਕਟਰ ਆਫ ਪ੍ਰੋਡਕਸ਼ਨ ਕਰਦੀ ਹਾਂ ਤੇ ਜੋ ਹੈ ਆਪਣਾ ਫੈਕਟਰ ਆਫ ਪ੍ਰੋਡਕਸ਼ਨਸ ਦੇ ਵਿੱਚ ਵੇਰੀਏਬਲਸ ਫੈਕਟਰਸ ਨੇ ਉਹ ਤੁਹਾਨੂੰ ਦੱਸ ਦਿੱਤਾ ਮੈਂ ਜਿਵੇਂ ਕਿ ਰॉ ਮਟੀਰੀਅਲ ਐਂਡ ਲੇਬਰ ਤੇ ਫਿਕਸ ਫੈਕਟਰਸ ਨੇ ਜਿਵੇਂ ਕਿ ਪਲਾਂਟ ਮਸ਼ੀਨਰੀ ਠੀਕ ਹੈ ਐਂਡ ਸਕਿਲਡ ਲੇਬਰ ਵਗੈਰਾ ਜਿਵੇਂ ਕਿ ਫॉर एग्जांपल्स ਮੈਂ ਕੱਲ ਆਪਣੀ ਬੁੱਕ ਮੇਰੇ ਕੋਲ ਮੈਂ ਬੁੱਕਸ ਛਾਪ ਰਹੀ ਹਾਂ ਤੇ ਮੇਰੇ ਕੋਲ ਅੱਜ 100 ਆਰਡਰ ਦਾ ਬੁੱਕ ਆਇਆ ਲੇਕਿਨ ਕੱਲ ਮੈਂ 200 ਜਿਹੜੀਆਂ ਬੁੱਕਸ ਨੇ ਉਹਨਾਂ ਦਾ ਆਰਡਰ ਆਇਆ ਕੱਲ ਮੈਂ 200 ਬੁੱਕਸ ਅਰੇਂਜ ਕਰਕੇ ਦੇਣੀਆਂ ਨੇ ਤਾਂ ਮੈਂ 200 ਬੁੱਕਸ ਦੇ ਲਈ ਪ੍ਰਿੰਟ ਕਰਨ ਦੇ ਲਈ ਇੱਕਦਮ ਨਵੀਂ ਮਸ਼ੀਨ ਤਾਂ ਨਹੀਂ ਲੈ ਸਕਦੀ ਕਿਉਂਕਿ ਮਸ਼ੀਨ ਇਜ਼ ਅ ਫਿਕਸ ਫੈਕਟਰਸ
ਕਰੋੜ ਦੀ ਮਸ਼ੀਨ, ਲੱਖਾਂ ਦੀ ਮਸ਼ੀਨ ਮੈਂ ਇੱਕਦਮ ਨਹੀਂ ਲੈ ਸਕਦੀ, ਇੱਕ ਦਿਨ ਦੇ ਲਈ ਇੰਨੇ ਸ਼ਾਰਟ ਟਾਈਮ ਵਿੱਚ ਨਹੀਂ ਲੈ ਸਕਦੀ। ਤਾਂ ਮੈਂ ਕੀ ਕਰ ਸਕਦੀ ਹਾਂ, ਜਾਂ ਤਾਂ ਬੁੱਕਸ ਦੀ ਜ਼ਿਆਦਾ ਪ੍ਰਿੰਟ ਕਰਨ ਦੇ ਲਈ ਲੇਬਰ ਨੂੰ ਇਨਕਰੀਜ਼ ਕਰ ਸਕਦੀ ਹਾਂ, ਜਾਂ ਰॉ ਮਟੀਰੀਅਲ ਨੂੰ। ਮੈਂ ਲੇਬਰ ਨੂੰ ਇਨਕਰੀਜ਼ ਕੀਤਾ, ਤੇ ਰॉ ਮਟੀਰੀਅਲ ਨੂੰ ਬਾਈ ਕੀਤਾ, ਪੇਪਰ ਵਗੈਰਾ ਬਾਈ ਕੀਤੇ, ਤੇ ਮੈਂ ਕੱਲ ਉਸ ਤਰ੍ਹਾਂ ਦੂਸਰੇ ਦਿਨ 200 ਬੁੱਕਸ ਅਰੇਂਜ ਕਰਤੀਆਂ, ਉਹਨਾਂ ਨੂੰ ਪ੍ਰਿੰਟ ਕਰਤਾ ਤੇ ਦੇ ਦਿੱਤੀਆਂ। ਇਸ ਤਰ੍ਹਾਂ ਮੈਂ ਸ਼ਾਰਟ ਰਨ ਦੇ ਵਿੱਚ ਆਪਣੇ ਵੇਰੀਏਬਲ ਫੈਕਟਰਸ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੀ ਹਾਂ ਵਿਦ ਫਿਕਸਡ ਫੈਕਟਰਸ। ਠੀਕ ਹੈ। ਤੇ ਉਸ ਤੋਂ ਬਾਅਦ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਇੱਕ ਧਿਆਨ ਦੇਣ ਵਾਲੀ ਗੱਲ ਹੋਰ ਹੈ, ਇਹਦੇ ਵਿੱਚ ਟਾਈਮ ਪੀਰੀਅਡ ਨੋਟ ਕੀਤਾ ਜਾਂਦਾ ਹੈ। ਇਹਦੇ ਵਿੱਚ ਪ੍ਰੋਡਕਸ਼ਨ ਕਹਿੰਦੇ ਆਪਾਂ 2 ਟਾਈਮ ਪੀਰੀਅਡਸ ਦੇ ਵਿੱਚ ਕਰਦੇ ਹੁੰਦੇ ਆ, ਇੱਕ ਸ਼ਾਰਟ ਰਨ ਦੇ ਵਿੱਚ ਕਰਦੇ ਹੁੰਦੇ ਆ, ਇੱਕ ਲੌਂਗ ਰਨ ਦੇ ਵਿੱਚ ਕਰਦੇ ਹੁੰਦੇ ਆ। ਸ਼ਾਰਟ ਰਨ ਉਹ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਕਹਿੰਦੇ one or more factor of productions or inputs are fixed, ਜਿਹਦੇ ਵਿੱਚ ਸ਼ਾਰਟ ਰਨ ਦੇ ਵਿੱਚ ਕੁਝ ਜਿਹੜੇ ਫੈਕਟਰਸ ਨੇ, ਕੁਝ ਤਾਂ ਫਿਕਸ ਹੁੰਦੇ ਨੇ ਤੇ ਕੁਝ ਵੇਰੀਏਬਲ ਹੁੰਦੇ ਨੇ। ਜਦੋਂ ਮੈਂ ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੈ ਸ਼ਾਰਟ ਰਨ ਦੇ ਵਿੱਚ, ਤਾਂ ਮੈਂ ਵਿਦ ਦਾ ਹੈਲਪ ਆਫ ਵੇਰੀਏਬਲਸ ਫੈਕਟਰ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੀ ਹਾਂ। ਜਿਹੜੇ ਆਪਣੇ ਫੈਕਟਰਸ ਨੇ ਉਹ ਸ਼ਾਰਟ ਰਨ ਦੇ ਵਿੱਚ ਕੀ ਰਹਿੰਦੇ ਨੇ, ਫਿਕਸ ਰਹਿੰਦੇ ਨੇ। ਤੇ ਲੌਂਗ ਰਨ ਦੇ ਵਿੱਚ ਜਦੋਂ ਮੈਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੈ, ਤਾਂ ਲੌਂਗ ਰਨ ਦੇ ਵਿੱਚ ਮੈਂ ਜਿਹੜੇ ਲੌਂਗ ਰਨ ਦੇ ਵਿੱਚ ਸਾਰੇ ਹੀ ਫੈਕਟਰਸ ਕੀ ਹੁੰਦੇ ਨੇ, ਵੇਰੀਏਬਲਸ ਫੈਕਟਰ ਹੁੰਦੇ ਨੇ। ਸ਼ਾਰਟ ਰਨ ਦੇ ਵਿੱਚ ਤਾਂ ਕੁਝ ਫਿਕਸ ਤੇ ਕੁਝ ਵੇਰੀਏਬਲ ਫੈਕਟਰ ਹੁੰਦੇ ਨੇ, ਲੇਕਿਨ ਲੌਂਗ ਰਨ ਦੇ ਵਿੱਚ ਸਾਰੇ ਹੀ ਵੇਰੀਏਬਲਸ ਫੈਕਟਰ ਹੁੰਦੇ ਨੇ, ਕਿਉਂਕਿ ਮੈਂ ਪਲਾਂਟ ਤੇ ਆਪਣੀ ਮਸ਼ੀਨਸ ਵਗੈਰਾ ਨੂੰ ਵੀ ਚੇਂਜ ਕਰ ਸਕਦੀ ਹਾਂ 2 3 4 5 6 7 ਈਅਰਸ ਦੇ ਵਿੱਚ। ਠੀਕ ਹੈ। ਤਾਂ ਇਹਦੇ ਵਿੱਚ ਲੌਂਗ ਰਨ ਦੇ ਵਿੱਚ ਸਾਰੇ ਹੀ ਫੈਕਟਰਸ ਵੇਰੀਏਬਲਸ ਹੁੰਦੇ ਨੇ, ਮੈਂ ਸਾਰਿਆਂ ਨੂੰ ਹੀ ਚੇਂਜ ਕਰ ਸਕਦੀ ਹਾਂ, ਸਾਰਿਆਂ ਨੂੰ ਹੀ ਇਨਕਰੀਜ਼ ਕਰ ਸਕਦੀ ਹਾਂ, ਸਾਰਿਆਂ ਨੂੰ ਇਨਕਰੀਜ਼ ਕਰਕੇ ਮੈਂ ਕੀ ਕਰ ਸਕਦੀ ਹਾਂ, ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੀ ਹਾਂ। ਤਾਂ ਇਹ ਸੀਗੇ ਕੁਝ ਕਨਸੈਪਟ ਜਿਹੜੇ ਆਪਾਂ ਨੇ ਧਿਆਨ ਦੇ ਵਿੱਚ ਰੱਖਣੇ ਨੇ, ਸ਼ਾਰਟ ਰਨ, ਲੌਂਗ ਰਨ, ਫਿਕਸਡ ਐਂਡ ਵੇਰੀਏਬਲਸ ਫੈਕਟਰਸ ਫॉर द ਥਿਊਰੀ ਆਫ ਪ੍ਰੋਡਕਸ਼ਨ ਨੂੰ ਜਾਣਦੇ ਨੇ। ਉਸ ਤੋਂ ਬਾਅਦ ਵੇਰੀਏਸ਼ਨ ਆਫ ਆਊਟਪੁੱਟ ਐਂਡ ਪ੍ਰੋਡਕਟ ਇਨ ਸ਼ਾਰਟ ਰਨ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਕਿ ਸ਼ਾਰਟ ਰਨ ਦੇ ਵਿੱਚ ਪ੍ਰੋਡਕਸ਼ਨ ਕੀ ਹੁੰਦੀ ਹੈ, ਤੇ ਸ਼ਾਰਟ ਰਨ ਦੇ ਵਿੱਚ ਆਪਾਂ ਪ੍ਰੋਡਕਸ਼ਨ ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ, ਸ਼ਾਰਟ ਰਨ ਦੀ ਪ੍ਰੋਡਕਸ਼ਨ ਦੇ ਵਿੱਚ ਕਿੱਦਾਂ ਚੇਂਜ ਆਉਂਦਾ। ਜੇ ਸ਼ਾਰਟ ਰਨ ਦੇ ਵਿੱਚ ਆਪਾਂ ਨੇ ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੈ, ਤਾਂ ਫਿਰ ਆਪਾਂ ਕਿਹਨਾਂ ਫੈਕਟਰਸ ਦੇ ਵਿੱਚ ਇਨਕਰੀਜ਼ ਕਰਾਂਗੇ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਦੇਖੋ, ਉਤਪਾਦਨ ਫਲਨ ਦੀਆਂ ਮਾਨਤਾਵਾਂ, ਪ੍ਰੋਡਕਸ਼ਨ ਫੰਕਸ਼ਨ ਦੇ ਕੁਝ ਅਸੰਪਸ਼ਨ ਨੇ, ਜਿਹਦੇ ਵਿੱਚ ਫਰਸਟ ਹੈ ਤਕਨੀਕੀ ਗਿਆਨ ਦੀ ਸਥਿਰ ਸਥਿਤੀ। ਜਿਹੜਾ ਆਪਣੀ ਟੈਕਨੋਲੋਜੀ ਹੈ ਉਹ ਇੰਪਰੂਵ ਨਹੀਂ ਹੋ ਰਹੀ, ਉਹ ਕਨਸਟੈਂਟ ਹੈ, ਟੈਕਨੋਲੋਜੀ ਦੇ ਵਿੱਚ ਕੋਈ ਵੀ ਚੀਜ਼ ਨਹੀਂ ਹੋ ਰਿਹਾ। ਉਤਪਾਦਨ ਦੀ ਆਧੁਨਿਕ ਤਕਨੀਕ, ਕੁਸ਼ਲਤੀ ਤਕਨੀਕ ਦਾ ਪ੍ਰਯੋਗ। ਕਹਿੰਦੇ ਉਤਪਾਦਨ ਦੇ ਲਈ ਆਪਾਂ ਹੁਣ ਦੀ ਕੋਈ ਵੀ ਆਧੁਨਿਕ ਤਕਨੀਕ ਜਾਂ ਫਿਰ ਆਪਣੀ ਲੇਬਰ ਸਕਿੱਲ, ਲੇਬਰ ਵਗੈਰਾ ਯੂਜ਼ ਕਰ ਸਕਦੇ ਆ, ਵੇਰੀਏਬਲ ਫੈਕਟਰਸ ਦੇ ਵਿੱਚ ਇਨਕਰੀਜ਼ ਕਰ ਸਕਦੇ ਆ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਲਈ। ਨਿਸ਼ਚਿਤ ਸਮਾਂ ਅਵਧੀ, ਕਹਿੰਦੇ ਜਿਹੜੀ ਆਪਣੀ ਪ੍ਰੋਡਕਸ਼ਨ ਫੰਕਸ਼ਨ ਹੈ ਉਹਨੂੰ ਕਿਸੇ ਨਿਸ਼ਚਿਤ ਸਮਾਂ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਹੀ ਦੇਖਿਆ ਜਾਏਗਾ ਕਿ ਕਿਸ ਟਾਈਮ ਪੀਰੀਅਡ ਦੇ ਵਿੱਚ ਆਪਾਂ ਨੇ ਇਸ ਨੂੰ ਇਨਕਰੀਜ਼ ਕਰਨਾ ਹੈ, ਇਸ ਟਾਈਮ ਤੇ ਵੀ ਡਿਪੈਂਡ ਕਰਦੀ ਹੈ। ਤਾਂ ਉਹਦੇ ਥਰੂ ਹੀ ਆਪਾਂ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਇਨਕਰੀਜ਼ ਡਿਕਰੀਜ਼ ਕਰਾਂਗੇ। ਉਤਪਾਦਨ ਦੇ ਸਾਧਨਾਂ ਦੀਆਂ ਦਿੱਤੀਆਂ ਹੋਈਆਂ ਕੀਮਤਾਂ, ਕਹਿੰਦੇ ਜਿਹੜੇ ਉਤਪਾਦਨ ਦੇ ਸਾਧਨ ਨੇ, ਫੈਕਟਰ ਆਫ ਪ੍ਰੋਡਕਸ਼ਨਸ ਨੇ, ਜਿਵੇਂ ਕਿ ਵੇਜਿਸ ਹੋ ਗਿਆ, ਉਹਨਾਂ ਦੀ ਪੇਮੈਂਟਸ ਨੇ ਜਿਹੜੀਆਂ ਕੀਮਤਾਂ ਨੇ, ਜਿਵੇਂ ਕਿ ਵੇਜਿਸ ਹੋ ਗਿਆ, ਰੈਂਟ ਹੋ ਗਿਆ, ਇੰਟਰਸਟ ਹੋ ਗਿਆ, ਉਹ ਕੀ ਹੁੰਦੀਆਂ ਨੇ, ਪਹਿਲਾਂ ਤੋਂ ਹੀ ਫਿਕਸ ਹੁੰਦੀਆਂ ਨੇ। ਆਪਾਂ ਉਹਨਾਂ ਦੇ ਯੂਜ਼ਸ ਦੇ ਅਕੋਰਡਿੰਗ ਹੀ ਉਹਨਾਂ ਨੂੰ ਕੀ ਕਰਾਂਗੇ, ਪੇ ਕਰਾਂਗੇ। ਉਸ ਤੋਂ ਬਾਅਦ ਉਤਪਾਦਨ ਫਲਨ ਦੀਆਂ ਵਿਸ਼ੇਸ਼ਤਾਵਾਂ, ਪ੍ਰੋਡਕਸ਼ਨ ਫੰਕਸ਼ਨ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਇਹਨਾਂ ਦੇ ਵਿੱਚ ਕੀ ਆ, ਕਿਉਂਕਿ ਪ੍ਰੋਡਕਸ਼ਨ ਫੰਕਸ਼ਨਸ ਕਿਸ ਦੇ ਵਿੱਚ ਰਿਲੇਸ਼ਨਸ਼ਿਪ ਦੱਸਦਾ ਬਿਟਵੀਨ ਦਾ ਇਨਪੁਟਸ ਐਂਡ ਆਊਟਪੁੱਟ, ਮੀਨਸ ਫੋਰ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਰਿਲੇਸ਼ਨਸ ਨੂੰ ਦੱਸਦਾ। ਤਾਂ ਫਸਟ ਅਜ਼ੰਪਸ਼ਨਸ ਹੈ ਇਹਨਾਂ ਦੀ, ਫਸਟ ਫੀਚਰਸ ਹੈ ਪ੍ਰਤਿਸਥਾਪਨ। ਕਹਿੰਦੇ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ, ਇਹਨਾਂ ਦੇ ਜਿਹੜੇ ਫੈਕਟਰਸ ਨੇ ਉਹ ਕਿੰਦੇ ਨੇ, ਪ੍ਰਤਿਸਥਾਪਨ ਹੁੰਦੇ ਨੇ। ਮਤਲਬ ਆਪਾਂ ਇੱਕ ਦੀ ਜਗ੍ਹਾ ਤੇ ਦੂਸਰੇ ਨੂੰ ਵਰਤ ਸਕਦੇ ਹਾਂ, ਜਿਵੇਂ ਕਿ ਆਪਾਂ ਲੈਂਡ ਦੀ ਜਗ੍ਹਾ ਤੇ ਲੇਬਰ ਦੀ ਜਗ੍ਹਾ ਤੇ ਆਪਾਂ ਟੈਕਨੋਲੋਜੀ ਮਸ਼ੀਨਸ ਨੂੰ ਵਰਤ ਸਕਦੇ ਹਾਂ, ਤੇ ਮਸ਼ੀਨਸ ਦੀ ਜਗ੍ਹਾ ਤੇ ਆਪਾਂ ਕੀ ਕਰ ਸਕਦੇ ਹਾਂ, ਲੇਬਰ ਨੂੰ ਵਰਤ ਸਕਦੇ ਹਾਂ। ਪੂਰਕਤਾ, ਕਹਿੰਦੇ ਇਹ ਸਾਰੇ ਜਿਹੜੇ ਫੈਕਟਰਸ ਨੇ ਉਹ ਇੱਕ ਦੂਸਰੇ ਨੂੰ ਮਿਲ ਕੇ ਹੀ ਪੂਰੇ ਹੁੰਦੇ ਨੇ, ਕਿਉਂਕਿ ਆਪਾਂ ਨੂੰ ਲੈਂਡ ਵੀ ਚਾਹੀਦੀ ਆ, ਲੇਬਰ ਵੀ ਚਾਹੀਦੀ ਆ, ਮਸ਼ੀਨਾਂ ਵੀ ਚਾਹੀਦੀਆਂ ਨੇ। ਠੀਕ ਹੈ। ਤਾਂ ਇਹ ਪੂਰੇ ਇੱਕ ਦੂਸਰੇ ਨੂੰ ਮਿਲ ਕੇ ਹੁੰਦੇ ਨੇ, ਲੇਕਿਨ ਇਹਦੇ ਵਿੱਚ ਅਨੁਪਾਤ ਘੱਟ ਵੱਧ ਜ਼ਰੂਰ ਹੁੰਦਾ ਹੈ। ਵਿਸ਼ਿਸ਼ਟਤਾ, ਕਹਿੰਦੇ ਜਿਹੜਾ ਹਰੇਕ ਫੈਕਟਰ ਆਫ ਪ੍ਰੋਡਕਸ਼ਨ ਆ ਉਹ ਆਪਣੇ ਆਪ ਵਿੱਚ ਕੀ ਹੁੰਦਾ, ਵਿਸ਼ਿਸ਼ਟ ਹੁੰਦਾ, ਸਪੈਸ਼ਲਾਈਜੇਸ਼ਨ ਹੁੰਦੀ ਆ। ਲੇਬਰ ਅਗਰ ਆਪਾਂ ਨੇ हैंड वाली गुड्स बनानी है तो लेबर ज़्यादा यूज होएगी, क्योंकि लेबर स्किल्ड होंगी है तो उनके स्किल्स ऐसा दी होंगे क्यों लेबर के थ्रू ही गुड्स बन सकती हैं, जिवें कि कोई भी ऊन वाली चीज़ होगी। ठीक है। एंड कुछ जड़ियाँ गुड्स ने वो टैक्नोलॉजी विद हेल्प ऑफ टैक्नोलॉजी मशीन के द्वारा अच्छियाँ बन सकती हैं। तब हर एक जो फैक्टर ऑफ प्रोडक्शन है वो अपने आप के विशिष्ट होंगे, स्पैशलाइजेशन होंगी। उत्पादन फलन कीमतों तो सुतंत्र होंगे हैं।
ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਦਾ ਕੀਮਤ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈ। ਜਿਵੇਂ ਜਿਵੇਂ ਕਿ ਕਿਸੇ ਵੀ ਫੈਕਟਰ ਆਫ ਪ੍ਰੋਡਕਸ਼ਨ ਸਾਧਨਾਂ ਦੀ, ਰॉ ਮਟੀਰੀਅਲ ਦੀ, ਕਿੱਟ ਦੀ ਕੀਮਤ, ਵੇਜਿਸ ਵਗੈਰਾ ਵਧਦੀਆਂ ਨੇ ਤਾਂ ਉਹ ਕੀਮਤਾਂ ਨੂੰ ਦੇਖ ਕੇ ਨਹੀਂ ਵਧਦੀਆਂ, ਜਿੰਨੀ ਕਾਸਟ ਆਉਣੀ ਹੈ ਉਹ ਆਉਣੀ ਹੀ ਹੈ। ਆਪਾਂ ਡਿਸਟ੍ਰੀਬਿਊਸ਼ਨ ਫੈਕਟਰ ਆਫ ਪ੍ਰੋਡਕਸ਼ਨ ਨੂੰ ਕਰਨੀ ਹੀ ਹੈ, ਉਹ ਕੀਮਤਾਂ ਤੋਂ ਕਿਵੇਂ ਸੁਣ ਕਰਨੀ। ਤਕਨੀਕੀ ਗਿਆਨ ਦੀ ਸਥਿਤੀ ਦੁਆਰਾ ਉਤਪਾਦਨ ਫਲਨ ਦਾ ਨਿਰਧਾਰਨ ਹੁੰਦਾ ਹੈ। ਤੇ ਤਕਨੀਕੀ ਗਿਆਨ ਵਿੱਚ ਟੈਕਨੋਲੋਜੀਕਲ ਨੌਲੇਜ ਦਾ ਹੋਣਾ ਜ਼ਰੂਰੀ ਹੈ, ਉਸਦੇ ਦੁਆਰਾ ਹੀ ਜਿਹੜੀ ਪ੍ਰੋਡਕਸ਼ਨ ਫੰਕਸ਼ਨ ਹੈ ਉਹਨੂੰ ਆਪਾਂ ਫਿਕਸ ਕਰ ਸਕਦੇ, ਨਿਰਧਾਰਿਤ ਕਰ ਸਕਦੇ ਕਿ ਕਿਸ ਤਰ੍ਹਾਂ ਕਿੱਦਾਂ ਆਪਾਂ ਨੇ ਕਰਨਾ ਹੈ। ਆਪਣੀ ਮੈਂਟੈਲਿਟੀ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਇੱਦਾਂ ਦੀ ਪ੍ਰੋਡਿਊਸਰ ਦੀ ਹੋਣੀ ਚਾਹੀਦੀ ਹੈ, ਕਿਉਂਕਿ ਉਹਨੇ ਮੋਸਟਲੀ प्रॉफिट गेन करना है, प्रॉफिट मैक्सिमाइजेशन करना है, अपनी इनकम इंक्रीज करनी है, तब देखी गई कि उन्हें किस कॉस्ट को किस तरह घट तो घट करना है। उस तो बाद है उत्पादन फलन दे प्रकार, ਜਿਹੜੇ ਪ੍ਰੋਡਕਸ਼ਨ ਫੰਕਸ਼ਨਸ ਨੇ ਇਹਨਾਂ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ। ਫਰਸਟ ਇਜ਼ ਅ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਐਂਡ ਸੈਕੰਡ ਇਜ਼ ਅ ਲੌਂਗ ਰਨ ਪ੍ਰੋਡਕਸ਼ਨ। ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਉਹ ਪ੍ਰੋਡਕਸ਼ਨ ਫੰਕਸ਼ਨ ਜੋ ਸਾਨੂੰ ਸ਼ਾਰਟ ਰਨ ਦੀ ਪ੍ਰੋਡਕਸ਼ਨਸ ਬਾਰੇ ਦੱਸੇਗਾ ਕਿ ਸ਼ਾਰਟ ਰਨ ਦੇ ਵਿੱਚ ਕਿਸ ਤਰ੍ਹਾਂ ਇਨਪੁਟਸ ਤੇ ਆਊਟਪੁਟਸ ਦੇ ਵਿੱਚ ਰਿਲੇਸ਼ਨ ਜਨਰੇਟ ਹੋਏਗਾ, ਕਿਸ ਤਰ੍ਹਾਂ ਆਪਾਂ ਇਨਪੁਟਸ ਨੂੰ, ਕਿਹੜੇ ਇਨਪੁਟਸ ਨੂੰ ਇੰਕਰੀਜ਼ ਕਰਾਂਗੇ, ਕਿਹੜੇ ਨੂੰ ਡਿਕਰੀਜ਼ ਕਰਾਂਗੇ। ਤਾਂ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਅਸੀਂ ਰਿਟਰਨ ਟੂ ਆ ਫੈਕਟਰ ਕਰਾਂਗੇ। ਰਿਟਰਨ ਟੂ ਆ ਫੈਕਟਰਸ ਮੀਨਸ ਜਿਹਦੇ ਵਿੱਚ ਆਪਾਂ ਓਨਲੀ 1 फैक्टर वेरिएबल्स भी सिर्फ आप एक फैक्टर में चेंज कर सकते हैं, जिवें कि लेबर है, क्योंकि शॉर्ट रन दे विच बाकी सारे जिहड़े फैक्टर्स ने वो रहणगे फिक्स रहणगे। आप प्लांट ते मशीनरी नूं इंक्रीज नहीं कर सकते, बट विद द हेल्प ऑफ ओनली वेरिएबल फैक्टर्स जिन्हों असीं चेंज कर सकते हैं। लेबर नूं इंक्रीज डिक्रीज कर सकते हैं शॉर्ट रन दे विच, तां ओहदी हेल्प दे नाल ही आपां अपनी प्रोडक्शन नूं इंक्रीज करांगे। तां ये शॉर्ट रन एनालिसिस है ਤੇ ਇਹਨੂੰ ਆਪਾਂ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਵੀ ਬੋਲਦੇ ਹਾਂ। ਲਾਅ ਆਫ ਵੇਰੀਏਬਲ ਪ੍ਰਪੋਰਸ਼ਨਸ ਮੀਨਸ ਆਪਾਂ ਲੇਬਰ ਦੇ ਵਿੱਚ ਜਿਹੜਾ ਵੇਰੀਏਬਲ ਆਪਣਾ ਫੈਕਟਰ ਉਹਦੇ ਵਿੱਚ ਕਿਸ ਪ੍ਰਪੋਰਸ਼ਨ ਦੇ ਨਾਲ ਚੇਂਜ ਕਰਨਾ ਹੈ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ। ਜਿਵੇਂ ਜਿਵੇਂ ਆਪਾਂ ਲੇਬਰ ਦੀ ਪ੍ਰਪੋਰਸ਼ਨ ਨੂੰ ਇਨਕਰੀਜ਼ ਕਰਦੇ ਜਾਵਾਂਗੇ, ਪਹਿਲਾਂ ਆਪਣੀ ਜਿਹੜੀ ਰਿਟਰਨਸ ਨੇ, ਆਪਣੀ ਆਊਟਪੁੱਟ ਹੈ ਬਹੁਤ ਜ਼ਿਆਦਾ ਇਨਕਰੀਜ਼ ਹੋਏਗੀ ਇੱਕਦਮ ਇੱਕ ਵਾਰ ਆ ਕੇ, ਫਿਰ ਉਸ ਤੋਂ ਬਾਅਦ ਕਾਂਸਟੈਂਟ ਹੋ ਜਾਏਗੀ ਤੇ ਉਸ ਤੋਂ ਬਾਅਦ ਫਿਰ कटनी स्टार्ट हो जाएगी। ये शॉर्ट रन लॉ ऑफ वेरिएबल प्रोपोर्शन आप एनालाइसिस करेंगे। उस तो बाद शॉर्ट रन ओनली 1 फैक्टर चेंज एंड उस तो बाद लॉन्ग रन रिटर्न टू स्केल की गल करेंगे। रिटर्न टू स्केल मीनस पूरे ਜਿਹੜੇ ਸਾਰੇ 4 फैक्टर ऑफ प्रोडक्शंस ने लॉन्ग ਦੇ ਵਿੱਚ ਕੀ ਹੁੰਦੇ ਨੇ, ਵੇਰੀਏਬਲ ਹੁੰਦੇ ਨੇ। ਲੌਂਗ ਰਨ ਦੇ ਵਿੱਚ ਕੋਈ ਵੀ ਫਿਕਸ ਫੈਕਟਰ ਨਹੀਂ ਹੁੰਦਾ, ਆਪਾਂ ਪਲਾਂਟ ਤੇ ਮਸ਼ੀਨਰੀ ਨੂੰ ਵੀ ਚੇਂਜ ਕਰ ਸਕਦੇ ਹਾਂ। ਤਾਂ ਕਹਿੰਦੇ ਲੌਂਗ ਰਨ ਦੇ ਵਿੱਚ ਪ੍ਰੋਡਕਸ਼ਨ ਇਨਕਰੀਜ਼ ਕੀਤੀ ਜਾ ਸਕਦੀ, ਜਿਹਦੇ ਵਿੱਚ ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਪ੍ਰਪੋਰਸ਼ਨੇਟ ਚੇਂਜ ਕੀਤਾ ਜਾ ਸਕਦਾ, ਇਨਕਰੀਜ਼ ਕੀਤਾ ਜਾ ਸਕਦਾ। ਆਲ ਫੈਕਟਰਸ ਵੇਰੀਏਬਲਸ ਲੌਂਗ ਰਨ ਐਨਾਲਾਈਸਿਸ ਹੁੰਦਾ, ਜਿਹਦੇ ਵਿੱਚ ਸਾਰੇ ਫੈਕਟਰਸ ਨੂੰ ਚੇਂਜ ਕਰਦੇ ਆ। ਇਹਨੂੰ ਆਪਾਂ ਲਾਅ ਆਫ ਰਿਟਰਨ ਟੂ ਸਕੇਲ ਬੋਲਦੇ ਹਾਂ। ਤਾਂ ਫਿਰ ਲੌਂਗ ਕੁਐਸਚਨ ਆਏਗਾ, ਉਹ 2 ਟਾਈਪਸ ਦੇ ਵਿੱਚ ਆ ਸਕਦਾ, ਜਾਂ ਤਾਂ ਵਟ ਇਜ਼ ਦ ਲਾਅ ਆਫ ਵੇਰੀਏਬਲ proportion, what is production function, and ਜਾਂ ਫਿਰ ਆ ਸਕਦਾ what is production function and explain law of variable proportion। ठीक है, ਜਾਂ ਫਿਰ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਐਕਸਪਲੇਨ ਕਰੋ, ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ ਐਕਸਪਲੇਨ ਕਰੋ। ਕਦੇ 2 ਲੌਂਗ ਕੁਐਸਚਨਸ ਬਣਦੇ ਨੇ ਜੋ ਤੁਸੀਂ ਕਰਦੇ ਨੇ, ਜਾਂ ਇੱਕ ਹੀ ਕੁਐਸਚਨ ਆ ਸਕਦਾ ਕੰਪੈਰੀਜ਼ਨ ਬਿਟਵੀਨ ਦਾ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਐਂਡ ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ। ਤਾਂ ਤੁਸੀਂ ਇਹ ਦੋਨਾਂ ਨੂੰ ਐਕਸਪਲੇਨ ਕਰਨਾ ਹੈ। ਤਾਂ 1 ਬਾਈ 1 ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ। अल्पकालीन उत्पादन फलन। तो सब तो पहला देखो शॉर्ट रन प्रोडक्शन फंक्शन होता की है, अल्पकाल वो समा है जिस विच असी केवल परिवर्तनशील साधना की मात्रा नूं घट जां ज़्यादा कर सकते हैं, उत्पादन की मात्रा विच परिवर्तन कर सकते हैं। कहते शॉर्ट रन एनालाइसिस, जिवें कि मैं तुहानूं पहला ही दस दिता कि फैक्टर ऑफ प्रोडक्शन दे विच 4 फैक्टर ऑफ प्रोडक्शन हुंदे ने, जिन्हां दे विच कुछ फिक्सड होंगे ने, कुछ वेरीएबल होंगे ने। शॉर्ट रन के फिक्सड फैक्टर्स को असीं चेंज नहीं कर सकते, बट विद द हेल्प ऑफ वेरीएबल फैक्टर्स जिवें कि लेबर ते रॉ मटीरियल की क्वांटिटी को असीं इंक्रीज करके अपनी जिहड़ी उत्पादन है, प्रोडक्शन है, उहदे विच चेंज कर सकते। तो दिस इज द शॉर्ट रन प्रोडक्शन फंक्शन। तो ये आपां लॉ ऑफ वेरीएबल प्रपोर्शन की गल करांगे, घटदे वधदे प्रतिफल के नियम। ਜਦੋਂ ਕਿਸੇ ਇੱਕ ਸਾਧਨ ਦੀ ਮਾਤਰਾ ਨੂੰ ਵਧਾਉਂਦੇ ਹਾਂ, ਇਸ ਨੂੰ ਦੂਜੇ ਸਾਧਨ ਦੀ ਨਿਸ਼ਚਿਤ ਮਾਤਰਾ ਨਾਲ ਮਿਲਾਇਆ ਜਾਂਦਾ ਹੈ, ਤਾਂ ਪਰਿਵਰਤਨਸ਼ੀਲ ਸਾਧਨਾਂ ਦੀ ਭੌਤਿਕ ਸਮਾਤ ਉਤਪਾਦਕਤਾ ਜ਼ਰੂਰ ਘੱਟ ਹੁੰਦੀ ਹੈ। ਇਹਦਾ ਮਤਲਬ ਇਹ ਹੈ ਕਿ ਤੁਸੀਂ ਦੇਖੋ ਸ਼ਾਰਟ ਰਨ ਦੇ ਵਿੱਚ ਫਿਕਸ ਫੈਕਟਰਸ ਦੇ ਨਾਲ ਵੇਰੀਏਬਲ ਫੈਕਟਰਸ ਨੂੰ ਚੇਂਜ ਕੀਤਾ ਜਾਂਦਾ ਹੈ। ਜਿਵੇਂ ਜਿਵੇਂ ਫਿਕਸ ਫੈਕਟਰ ਤਾਂ ਉਨੀ ਕੁਆਂਟੀਟੀ ਤਾਂ ਫਿਕਸ ਫੈਕਟਰਸ ਦੀ ਮਸ਼ੀਨ ਤੇ ਆਪਣੀ ਲੈਂਡ ਦੀ ਸਥਿਰ ਰਹਿੰਦੀ ਆ, ਲੇਕਿਨ ਜਦੋਂ ਆਪਾਂ ਉਸ ਤੇ ਲੇਬਰ ਜਾਂ ਆਪਣੀ ਰॉ ਮਟੀਰੀਅਲ ਨੂੰ ਜ਼ਿਆਦਾ ਯੂਜ਼ ਕਰਦੇ ਜਾਵਾਂਗੇ ਤਾਂ ਪਹਿਲਾਂ ਤਾਂ ਸਾਡੀ ਪ੍ਰੋਡਕਸ਼ਨ ਇਨਕਰੀਜ਼ ਹੋਏਗੀ, ਕਿਉਂਕਿ ਜਿਹੜੇ ਫਿਕਸ ਫੈਕਟਰ ਨੇ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਹੋ ਰਹੀ ਹੁੰਦੀ।
जिमें कि फॉर एग्जाम्पल लैंड 10 एकड़ मेरे को लैंड पई है, 10 एकड़ लैंड पई आ, उते सिर्फ 2 बंदे काम कर रहे हैं, जबकि उते 5 बंदियां ਦੀ ਲੋੜ है, मतलब 5 ਬੰਦੇ ਕੰਮ ਕਰਨਗੇ ਤਦ ਆਪਾਂ ਫੁੱਲ ਯੂਟਿਲਾਈਜ਼ ਲੈਂਡ ਨੂੰ ਕਰ ਸਕਦੇ ਹਾਂ। ਲੇਕਿਨ ਹੁਣ ਉਹ 10 ਏਕੜ ਲੈਂਡ ਤੇ ਸਿਰਫ 2 ਜਿਹੜੀ ਲੇਬਰ ਆ ਉਹ ਕੰਮ ਕਰ ਰਹੀ ਹੈ, ਠੀਕ ਹੈ। ਤਦ ਫਿਰ ਮੈਂ ਕੀ ਦੇਖਿਆ, ਮੈਂ ਇੱਕ ਲੇਬਰ ਦੀ ਕੁਆਂਟੀਟੀ ਵਧਾਤੀ 3 ਕਰ ਦਿੱਤੀ, ਤਦ मेरी रिटर्न्स प्रोडक्शन इंक्रीज होएगी, क्योंकि लोड सीगी, फिक्स फैक्टर्स ज़्यादा सी, वेरिएबल फैक्टर ऊपर वर्क कट कर रहे सी। ਤੇ ਮੈਂ ਉਸ ਤੋਂ ਬਾਅਦ ਇੱਕ ਕੁਆਂਟੀਟੀ ਹੋਰ ਵਧਾਊਗਾ ਲੇਬਰ ਦੀ 4 ਕਰ ਦੂੰਗਾ, ਤਦ ਵੀ ਮੇਰੀ ਪ੍ਰੋਡਕਸ਼ਨ ਇਨਕਰੀਜ਼ ਹੋਏਗੀ, 5 ਕਰ ਦੂੰਗਾ ਤਦ ਵੀ ਇਨਕਰੀਜ਼ ਹੋਏਗੀ। ਹੁਣ ਜਦੋਂ 5 ਮੈਂ ਲੇਬਰ ਯੂਜ਼ ਕਰ ਲਈ 10 ਏਕੜ ਲੈਂਡ ਦੇ, ਤਾਂ 5 ਹੀ ਚਾਹੀਦੀ ਸੀਗੀ, ਮੀਨਸ ਪ੍ਰੋਪਰ ਯੂਟਿਲਾਈਜੇਸ਼ਨ ਲੈਂਡ ਦੀ ਹੋਗੀ, 5 ਏਕੜ ਦੀ ਹੋਗੀ। ਜਿੰਨੀ ਪ੍ਰੋਡਕਸ਼ਨ ਮੈਂ ਮੈਕਸਿਮਮ ਕਰ ਰਹੀ ਸੀ ਉਨੀ ਪ੍ਰੋਡਕਸ਼ਨ ਕਰਨੀ ਸੀਗੀ, ਉਨੀ ਮੈਂ ਕਰ ਚੁੱਕੀ ਹਾਂ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰਕੇ ਫਿਕਸ ਫੈਕਟਰਸ ਦੇ ਨਾਲ। प्रॉपर यूटिलाइजेशन फिक्स फैक्टर्स की होगी। अगर मैं 5 तो बाद भी 6 लेबर होर यूज करूंगी तब मेरी प्रोडक्शन इंक्रीज नहीं होएगी, क्योंकि लैंड की फर्टिलिटी मैं पूरी यूज कर चुकी हाँ, ठीक है, 10 एकड़ मैं पूरा यूज कर चुकी हाँ, तब मेरी प्रोडक्शन की होएगी, डिक्रीज होएगी, मेरी कॉस्ट की होएगी, घटेगी, जिहदे नाल जिहड़ी मेरी मार्जिनल प्रोडक्शन है मेरी की होएगी, डिमिनिशिंग होएगी, घटेगी। एक जगह ते मेरे रिटर्न्स ने की आउण लग जाणगे, ਲੈਸ ਹੋਣ ਲੱਗ ਜਾਣਗੇ, ਘੱਟ ਹੋ ਜਾਣਗੇ, ਡਿਮਿਨਿਸ਼ਿੰਗ ਰਿਟਰਨਸ ਆਉਣ ਲੱਗ ਜਾਣਗੇ ਤੇ ਇਨਕਰੀਜ਼ਿੰਗ ਕਾਸਟ ਹੋਏਗੀ, ਪ੍ਰੋਡਕਸ਼ਨ ਨਹੀਂ ਵਧੇਗੀ। ਲੇਕਿਨ ਜਦੋਂ ਮੈਂ ਲੇਬਰ ਨੂੰ ਹੋਰ ਜ਼ਿਆਦਾ ਯੂਜ਼ ਕਰੇ ਜਾਵਾਂਗਾ, ਉਸ ਦੀ ਜਗ੍ਹਾ ਤੇ ਉਸਦੀ ਜਿਹੜੀ ਵੇਜਿਸ ਨੇ, ਪੇਮੈਂਟ ਹੈ ਮੇਰੀ, ਉਹ ਇਨਕਰੀਜ਼ ਹੋਏਗੀ, ਕਾਸਟ ਇਨਕਰੀਜ਼ ਹੋਏਗੀ। ਤਦ ਕਹਿੰਦੇ ਜਦੋਂ ਮੈਂ ਫਿਕਸ ਫੈਕਟਰਸ ਦੇ ਨਾਲ ਵੇਰੀਏਬਲ ਫੈਕਟਰਸ ਨੂੰ ਯੂਜ਼ ਕਰਦਾ ਤਾਂ ਇੱਕ ਲੈਵਲ ਤੇ ਤਾਂ ਮੇਰੀ ਜਿਹੜੀ ਰਿਟਰਨਸ ਨੇ ਆਊਟਪੁੱਟ ਇਨਕਰੀਜ਼ ਹੁੰਦੀ ਹੈ, ਲੇਕਿਨ ਇੱਕ ਲੈਵਲ ਤੋਂ ਬਾਅਦ मेरी आउटपुट कॉन्सटेंट उस तो बाद मेरी आउटपुट डिक्रीज होना स्टार्ट हो जाती है, जो मैं ओवर यूटिलाइजेशन कर लग जानी है वेरिएबल फैक्टर्स की ऑन द फिक्स फैक्टर्स, क्योंकि फिक्स फैक्टर्स की फुल यूटिलाइजेशन होगी, पहला अंडर यूटिलाइजेशन हो रही थी, फिर उस तो बाद ओवर यूटिलाइजेशन होएगी, तब कॉस्ट इंक्रीज होएगी, प्रोडक्शन इंक्रीज नहीं होएगी। दिस इज द लॉ ऑफ वेरिएबल प्रपोर्शन। तो सानू देखना पैंदा है कि कदों तक असीं जिहड़े वेरिएबल फैक्टर्स ने शॉर्ट रन दे विच उन्हां नूं इंक्रीज करके अपनी प्रोडक्शन नूं इंक्रीज कर सकते हैं। ਤਾਂ ਇਹਦੀਆਂ ਮਾਨਤਾਵਾਂ ਕੀ ਨੇ ਕਿ ਆਪਾਂ ਵੇਰੀਏਬਲ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਦੇ ਕਿਸ ਤਰ੍ਹਾਂ ਆਪਾਂ ਕਿਹੜੀ ਅਜ਼ੰਪਸ਼ਨ ਨੂੰ ਮੰਨ ਕੇ ਚੱਲਦੇ ਆ। ਸਭ ਤੋਂ ਪਹਿਲਾਂ ਸਥਿਰ ਤਕਨੀਕ, ਕਹਿੰਦੇ ਜਿਹੜੀ ਟੈਕਨੋਲੋਜੀ ਕੀ ਹੈ, ਕੌਨਸਟੈਂਟ ਹੈ, ਟੈਕਨੋਲੋਜੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੇਂਜ ਨਹੀਂ ਆਉਂਦਾ ਹੈ। ਸਾਧਨਾਂ ਦਾ ਬਦਲਦਾ ਅਨੁਪਾਤ, ਕਹਿੰਦੇ ਜਿਹੜੀਆਂ ਸਾਧਨ ਨੇ मतलब फिक्स ਤੇ ਵੇਰੀਏਬਲ ਫੈਕਟਰਸ ਨੇ, ਵੇਰੀਏਬਲ ਫੈਕਟਰਸ ਦੇ ਵਿੱਚ ਜੋ ਚੇਂਜ ਹੈ ਉਹ ਆਉਂਦਾ ਰਹੇਗਾ। ਪਹਿਲਾਂ 2 ਲੇਬਰ, ਫਿਰ 3 ਲੇਬਰ, ਫਿਰ 4 ਲੇਬਰ, ਫਿਰ ਰॉ ਮਟੀਰੀਅਲ ਵਧਾਤਾ, ਠੀਕ ਹੈ। ਕਹਿੰਦੇ ਇਹਨਾਂ ਦੇ ਵਿੱਚ ਜੋ ਅਨੁਪਾਤ ਹੈ ਇਹ ਚੇਂਜ ਹੁੰਦਾ ਜਾਵੇਗਾ। ਸਮਰੂਦ ਸਾਧਨ ਇਕਾਈਆਂ, ਲੇਕਿਨ ਜੋ ਸਾਧਨ ਆਪਾਂ ਚੇਂਜ ਕਰਾਂਗੇ ਵੇਰੀਏਬਲ ਫੈਕਟਰਸ ਦੇ ਵਿੱਚ ਚੇਂਜ ਹੋਏਗਾ, ਉਹਨਾਂ ਦੀਆਂ ਜੋ ਇਕਾਈਆਂ ਨੇ ਜਿਵੇਂ ਕਿ 2 ਤੋਂ ਬਾਅਦ 3 ਲੇਬਰ, 4 ਲੇਬਰ, 5 ਲੇਬਰ, ਉਹ ਇਕਾਈਆਂ ਕੀ ਰਹਿਣਗੀਆਂ, ਸਮਰੂਪ ਰਹਿਣਗੀਆਂ। ਐਂਡ ਅਲਪਕਾਲ, ਜਦੋਂ 1 ਫੈਕਟਰਸ ਦੇ ਵਿੱਚ ਚੇਂਜ ਕਰਦੇ ਆਪਾਂ ਤੇ ਅਦਰ ਫੈਕਟਰਸ ਨੇ ਜਿਹੜੇ ਫੈਕਟਰ ਆਫ ਪ੍ਰੋਡਕਸ਼ਨ ਸੇ ਉਹ ਕੀ ਰਹਿੰਦੇ ਨੇ, ਸਥਿਰ ਰਹਿੰਦੇ ਨੇ। ਤਦ ਇਹ ਜੋ ਆਪਣੀ ਹੈ ਸ਼ਾਰਟ ਰਨ ਦੇ ਵਿੱਚ ਹੀ ਅਪਲਾਈ ਹੁੰਦਾ ਹੈ ਪ੍ਰੋਡਕਸ਼ਨ ਫੰਕਸ਼ਨ। ਜਿਵੇਂ ਕਿ ਮੰਨ ਲਓ ਕਿ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਜਿਹੜੀ ਆਪਣੀ ਪ੍ਰੋਡਕਸ਼ਨ ਹੈ ਉਹ ਕਿਸ ਚੀਜ਼ ਦਾ ਫੰਕਸ਼ਨ ਹੈ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ। ਤਾਂ ਜਿਹੜੀ ਲੈਂਡ ਹੈ, ਦਿਸ ਲੈਂਡ, कैपिटल एंड एंटरप्रेन्योर तिने मान लो दिस इज द फिक्स फैक्टर्स, इन्हां दे विच कोई चेंज नहीं, ओनली जो लेबर चेंज होएगी, ठीक है। तो लेबर की हेल्प के नाल असीं की कर सकते हैं, शॉर्ट रन दे विच अपनी प्रोडक्शन है जिहड़ी ओनू इंक्रीज कर सकते हैं। लेकिन कदों तक करांगे, कित्थे तक करांगे, कित्थे तक इंक्रीजिंग रिटर्न्स आउणगे, कॉन्स्टेंट रिटर्न्स आउणगे एंड डिमिनिशिंग रिटर्न्स आउणगे, वो असीं देखांगे। तो इस तो बाद नियम की व्याख्या, सब तो पहला तुसीं देखो, दिस इज अ टेबल ऑफ लॉ ऑफ वेरिएबल प्रपोर्शन, ਜਾਂ ਤੁਸੀਂ ਕਹਿ ਸਕਦੇ ਹੋ ਕਿ ਰਿਟਰਨ ਟੂ ਆ ਫੈਕਟਰ। ਸਭ ਤੋਂ ਪਹਿਲਾਂ ਦੇਖੋ ਇਹਦੇ ਵਿੱਚ ਸਾਨੂੰ ਦਿੱਤਾ ਹੋਇਆ ਹੈ, ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਹਾਂ ਇਹਦੇ ਵਿੱਚ, ਵੇਰੀਏਸ਼ਨਸ ਆਫ ਆਊਟਪੁੱਟ ਐਂਡ प्रोडक्ट इन शॉर्ट रन एंड लॉन्ग रन की प्रोडक्शन ਨੂੰ ਜਾਣਨ ਦੇ ਲਈ, ਸਭ ਤੋਂ ਪਹਿਲਾਂ ਸ਼ਾਰਟ ਰਨ ਦੀ ਪ੍ਰੋਡਕਸ਼ਨ ਨੂੰ ਜਾਣਨ ਦੇ ਲਈ ਜਿਹੜੇ ਇਹਦੇ 3 ਬੇਸਿਕ ਕਨਸੈਪਟ ਨੇ ਉਹਨਾਂ ਨੂੰ ਜਾਣਨਾ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਕੀ ਹੈ, ਟੋਟਲ ਪ੍ਰੋਡਕਸ਼ਨ। ਵਾਟ ਇਜ਼ ਟੀਪੀ, ਟੀਪੀ ਹੁੰਦੀ ਕੀ ਹੈ, टोटल प्रोडक्शन ਹੁੰਦੀ ਕੀ ਹੈ। ਕਹਿੰਦੇ टोटल प्रोडक्ट ऑफ अ वेरिएबल फैक्टर इज द मैक्सिमम आउटपुट प्रोड्यूस्ड बाय द कंबाइनिंग अ गिवन इनपुट्स ऑफ दैट फैक्टर्स विच वी प्रोड्यूस। ਕਹਿੰਦੇ ਜਦੋਂ ਅਸੀਂ ਸ਼ਾਰਟ ਰਨ ਦੇ ਵਿੱਚ ਜਿੰਨੇ ਵੀ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਪ੍ਰੋਡਿਊਸ ਕਰਕੇ ਫਿਕਸ ਫੈਕਟਰਸ ਨੂੰ ਐਂਡ ਵੇਰੀਏਬਲਸ ਫੈਕਟਰ ਨੂੰ
यूज करके प्रोडक्शन करांगे ਤਾਂ ਉਹ ਸਾਰੀ ਹੀ ਪ੍ਰੋਡਕਸ਼ਨ ਦਾ ਟੋਟਲ ਕੀ ਹੋਏਗਾ ਟੋਟਲ ਪ੍ਰੋਡਕਸ਼ਨ ਹੋਏਗੀ ਮਤਲਬ ਅਸੀਂ ਟੋਟਲ ਕਿੰਨੇ ਫਿਕਸ ਤੇ ਵੇਰੀਏਬਲ ਫੈਕਟਰ ਨੂੰ ਯੂਜ਼ ਕਰਕੇ ਕਿੰਨੀਆਂ ਇਕਾਈਆਂ ਨੂੰ ਪ੍ਰੋਡਿਊਸ ਕੀਤਾ ਹੈ ਜਦੋਂ ਉਹਦਾ ਟੋਟਲ ਕਰਾਂਗੇ ਦੈਟ ਇਜ਼ ਆ ਟੋਟਲ ਪ੍ਰੋਡਕਸ਼ਨ ਟੀਪੀ एंड उस तो बाद है एवरेज प्रोडक्शन की होती है द एवरेज प्रोडक्ट ऑफ अ वेरिएबल फैक्टर इज सिंपली द टोटल प्रोडक्ट ऑफ द फैक्टर डिवाइड बाय द टोटल यूनिट्स ऑफ द वेरिएबल फैक्टर्स एवरेज प्रोडक्शंस मीन्स किसी भी आप फैक्टर प्रोडक्शन यूज करके ਉਹਦੀ ਐਵਰੇਜ ਕਿੰਨੀ ਪ੍ਰੋਡਕਸ਼ਨ ਹੈ ਮਤਲਬ ਉਹ ਕਿੰਨੀ ਪ੍ਰੋਡਕਸ਼ਨ ਕਰਦਾ ਹੈ ਜਦੋਂ ਆਪਾਂ TP ਡਿਵਾਈਡ ਬਾਈ L करेंगे TP means total productions and L means total units of variable factors कि मैं total variable factors से कितने यूनिट ਨੂੰ यूज कर रहे हैं ਜਦੋਂ मैं TP डिवाइड बाय L करूंगा ਤਾਂ ਮੈਨੂੰ एवरेज प्रोडक्ट मेरी निकल आएगी कि वेरिएबल्स फैक्टर्स की A की या एवरेज प्रोडक्शन है ਜਦੋਂ मैं लेबर की क्वांटिटी ਨੂੰ इंक्रीज कर रहे हैं ਤਾਂ मेरी एवरेज प्रोडक्शन A आ गई एंड उस तो बाद है मार्जिनल प्रोडक्शन MP मार्जिनल प्रोडक्शन की ਹੁੰਦੀ ਆ ਜਦੋਂ मैं एक एक्स्ट्रा वेरिएबल फैक्टर्स ਨੂੰ यूज करता प्रोडक्शन ਨੂੰ ਇਨਕਰੀਜ਼ ਕਰਨ ਦੇ ਲਈ ਤਾਂ ਉਸ ਕਹਿੰਦੇ वेरिएबल फैक्टर्स ਦੇ ਵਿੱਚ ਇਨਕਰੀਜ਼ ਕਰਨ ਦੇ ਨਾਲ ਜੋ ਮੇਰੀ प्रोडक्शन इनक्रीज होगी दैट इज अ MP मार्जिनल प्रोडक्शंस मींस एक एक्स्ट्रा यूनिट एक एक्स्ट्रा वेरिएबल फैक्टर यूज ਕਰਨ ਦੇ ਨਾਲ ਮੇਰੀ TP ਦੇ ਵਿੱਚ ਟੋਟਲ ਪ੍ਰੋਡਕਸ਼ਨ ਦੇ ਵਿੱਚ ਜੋ ਚੇਂਜ ਆਏਗਾ ਠੀਕ ਹੈ दैट इज कॉल्ड MP ਜਿਵੇਂ ਕਿ ਫॉर एग्जांपल ਪਹਿਲਾਂ ਮੈਂ 100 गुड्स बना रही सी 100 गुड्स बना रही सी विद द हेल्प ऑफ 5 लेबर ठीक है 5 लेबर हुण मैं की सोचिया कि मैं गुड्स की प्रोडक्शन ਨੂੰ ਇਨਕਰੀਜ਼ ਕਰਨਾ ਹੈ ਤਾਂ ਮੈਂ 5 ਦੀ ਜਗ੍ਹਾ ਤੇ ਇੱਕ ਲੇਬਰ ਹੋਰ ਲਿੱਤੀ ਵੇਰੀਏਬਲ ਫੈਕਟਰ ਨੂੰ ਇਨਕਰੀਜ਼ ਕੀਤਾ 6 ਲੇਬਰ ਲੈ ਲਈ ਤਾਂ ਮੇਰੇ ਇਨਕਰੀਜ਼ ਇਨ ਲੇਬਰ ਕਿੰਨਾ ਹੋਇਆ 1 ਹੋਇਆ 5 to 6 ਐਂਡ ਉਹਦੇ ਨਾਲ ਪਹਿਲਾਂ ਮੈਂ 100 ਗੁੱਡਸ ਬਣਾ ਰਹੀ ਸੀ ਹੁਣ 6 ਲੇਬਰ ਲੈਣ ਦੇ ਨਾਲ ਮੈਂ 120 ਗੁੱਡਸ ਨੂੰ ਬਣਾਉਣਾ ਸਟਾਰਟ ਕਰ ਦਿੱਤਾ ਤਾਂ ਚੇਂਜ ਮੇਰਾ TP ਦੇ ਵਿੱਚ ਕਿੰਨਾ ਆਇਆ 120 ਮਾਈਨਸ 100 ਇਕੁਅਲ ਟੂ 20 then 20 मेरी की मार्जिनल प्रोडक्शन है किस लेबर दी 6 लेबर दी ਜਦੋਂ ਮੈਂ ਇੱਕ ਲੇਬਰ ਨੂੰ ਐਕਸਟਰਾ ਯੂਜ਼ ਕੀਤਾ ਤਾਂ ਮੇਰੀ TP ਦੇ ਵਿੱਚ 20 ਚੇਂਜ ਆਇਆ then 20 is my MP ਮਾਰਜਨਲ ਪ੍ਰੋਡਕਸ਼ਨਸ ਉਸ ਯੂਨਿਟ ਨੂੰ ਇਨਕਰੀਜ਼ ਕਰਨ ਦੀ ਪ੍ਰੋਡਕਸ਼ਨ ਕਿ ਇੱਕ ਲੇਬਰ ਨੇ 20 ਜਿਹੜੀ ਹੈ ਪ੍ਰੋਡਕਸ਼ਨ ਜ਼ਿਆਦਾ ਕੀਤੀ ਤਾਂ ਇਹ ਸੀਗਾ ਆਪਣਾ TP AP ਐਂਡ MP ਤਾਂ ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਕਿ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਹੁੰਦਾ ਕੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਦੇ ਵਿੱਚ ਤਾਂ ਇੱਕ ਸਭ ਤੋਂ ਪਹਿਲਾਂ ਦੇਖਣ ਦੀ ਗੱਲ ਹੋਰ ਕਿ ਤਿੰਨਾਂ ਦੇ ਵਿੱਚ ਕੀ ਰਿਲੇਸ਼ਨ ਹੈ TP ਤੇ AP ਤੇ MP ਦੇ ਵਿੱਚ ਇੱਥੇ ਆਪਾਂ ਸ਼ਾਰਟ ਰਨ ਐਨਾਲਾਈਸਿਸ ਕਰ ਰਹੇ ਹਾਂ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਫੈਕਟਰ ਆਫ ਪ੍ਰੋਡਕਸ਼ਨ ਦੇ ਉਹਦੇ ਵਿੱਚ ਕੁਝ ਫੈਕਟਰ ਨੇ ਫਿਕਸ ਨੇ ਉਹਨਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਓਨਲੀ ਵੇਰੀਏਬਲ ਫੈਕਟਰ ਨੂੰ ਚੇਂਜ ਕਰਾਂਗੇ ਤਾਂ ਵੇਰੀਏਬਲ ਫੈਕਟਰ ਇਜ਼ ਲੇਬਰ ਦੀ ਕੁਆਂਟੀਟੀ ਨੂੰ ਆਪਾਂ ਈਜ਼ੀਲੀ ਇਨਕਰੀਜ਼ ਕਰ ਸਕਦੇ ਹਾਂ ਤੇ ਉਹਦੇ ਨਾਲ प्रोडक्शन इंक्रीज कर सकते हैं सब तो पहले देखो यूनिट्स ऑफ लैंड देते हुए ने यूनिट्स ऑफ लैंड की है 10 एकड़ मींस एग्रीकल्चर सेक्टर है 10 एकड़ अपने को लैंड है तो यूनिट्स ऑफ लेबर जो मैं यूनिट्स ऑफ लेबर 0 लगाए यूनिट्स ऑफ लेबर 0 तो मेरी टोटल प्रोडक्शन भी कितनी होगी 0 होगी कोई नहीं होएगी एंड एवरेज प्रोडक्शन भी नहीं होएगी एंड मार्जिनल प्रोडक्शन भी की होएगी 0 होएगी क्योंकि मैं 10 एकड़ जी लैंड है मेरी उसी तरह पई है मैं उस पर कोई भी इनपुट यूज नहीं कर रहा ठीक है फिक्स फैक्टर है 10 एकड़ लैंड जो उस तरह पई है फिक्स है ता लेकिन उसका यूज मैं तदे करांगा फिक्स फैक्टर ते जब मैं वेरिएबल फैक्टर ਨੂੰ यूज करांगा तदे मैं प्रोडक्शन कर सकता है लेकिन ਹੁਣ ਇੱਥੇ प्रोडक्ट वेरिएबल फैक्टर 0 है तब मेरी TP AP ਤੇ MP भी मेरी की होएगी 0 ही होएगी मान लो ਹੁਣ मैं फिक्स फैक्टर्स जो मेरी 10 एकड़ लैंड सी ਉਹਤੇ मैं प्रोडक्शन करनी स्टार्ट ਕੀਤੀ मैं ਉਹਤੇ ਇੱਕ ਲੇਬਰ ਲਗਾ ਦਿੱਤੀ ਤਾਂ ਉਹਦੇ ਨਾਲ ਮੇਰੀ TP टोटल प्रोडक्शन कितनी हुई 20 क्विंटल हुई 20 क्विंटल टोटल प्रोडक्शन हुई ਤੇ ਐਵਰੇਜ ਪ੍ਰੋਡਕਸ਼ਨ ਕਿੰਨੀ ਹੋਈ ਐਵਰੇਜ ਪ੍ਰੋਡਕਸ਼ਨ ਮੈਂ ਤੁਹਾਨੂੰ ਦੱਸਿਆ ਸੀ ਕਿ ਕਿੱਦਾਂ ਕਰ ਸਕਦੇ ਆ ਕਿ ਇੱਕ ਯੂਨਿਟ ਇੱਕ ਲੇਬਰ ਦੀ ਐਵਰੇਜ ਪ੍ਰੋਡਕਸ਼ਨ ਕਿੰਨੀ ਹੈ ਤਾਂ TP ਡਿਵਾਈਡ ਬਾਈ L ਆਏਗੀ ਤਾਂ ਇਸ ਦਾ ਆ ਜਾਏਗਾ 20 ਡਿਵਾਈਡ ਬਾਈ 1 ਇਕੁਅਲ ਟੂ 20 ਤੇ MP ਮਾਰਜਨਲ ਪ੍ਰੋਡਕਸ਼ਨ ਕਿੰਨੀ ਹੋਏਗੀ ਇੱਕ ਲੇਬਰ ਦੀ 20 ਹੀ ਹੋਏਗੀ ਕਿਉਂਕਿ ਦੇਖੋ TP ਪਹਿਲਾਂ
TP ਇੱਕ ਲੇਬਰ ਦੇ ਨਾਲ 20 ਹੈ ਤੇ ਉਸ ਤੋਂ ਪਹਿਲਾਂ 0 ਸੀਗੀ ਕਿਉਂਕਿ 0 ਲੇਬਰ ਯੂਜ਼ ਕਰ ਰਹੇ ਸੀ ਤਾਂ 20 ਮਾਈਨਸ 0 ਕੀ ਹੋ ਗਿਆ 20 ਹੋ ਗਿਆ ਦੈਨ ਦਿਸ ਇਜ਼ ਆ TP AP ਤੇ MP 2020 ਹੀ ਹੋਣਗੇ। ਤੇ ਉਸ ਤੋਂ ਬਾਅਦ ਜਿਹੜਾ ਆਪਣਾ ਪ੍ਰੋਡਿਊਸਰ ਸੀਗਾ ਇੱਕ ਫਾਰਮਰ ਸੀਗਾ ਉਹਨੇ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰਨੀ ਚਾਹੀ ਉਹਨੇ ਇੱਕ ਹੋਰ ਲੇਬਰ ਨੂੰ ਜ਼ਿਆਦਾ ਯੂਜ਼ ਕਰ ਲਿਆ ਕਿਉਂਕਿ ਉਹ ਫਿਕਸ ਫੈਕਟਰ ਨੂੰ ਤਾਂ ਇਨਕਰੀਜ਼ ਨਹੀਂ ਕਰ ਸਕਦਾ 10 ਏਕੜ ਲੈਂਡ ਤੋਂ 11 ਏਕੜ ਨਹੀਂ ਕਰ ਸਕਦਾ ਲੇਕਿਨ ਉਹ ਜਿਹੜੇ ਵੇਰੀਏਬਲ ਫੈਕਟਰਸ ਨੇ ਜਿਵੇਂ ਕਿ ਲੇਬਰ ਹੈ ਉਹਨੂੰ ਇਨਕਰੀਜ਼ ਕਰ ਸਕਦਾ ਹੈ। ਤਦੋਂ ਉਹਨੇ ਲੇਬਰ ਇਨਕਰੀਜ਼ ਕੀਤੀ 1 ਦੀ ਜਗ੍ਹਾ ਤੇ 2 ਲੇਬਰ ਲਿੱਤੀ ਤਾਂ 2 ਲੇਬਰ ਲਗਾਉਣ ਦੇ ਨਾਲ ਕੀ ਹੋ ਗਿਆ ਟੋਟਲ ਪ੍ਰੋਡਕਸ਼ਨ ਇਨਕਰੀਜ਼ ਹੋ ਗਈ। ਟੋਟਲ ਪ੍ਰੋਡਕਸ਼ਨ ਦੇ ਵਿੱਚ ਕਿੰਨਾ ਇਨਕਰੀਜ਼ ਹੋਇਆ 20 ਕੁਇੰਟਲ ਜਿਹੜੀ ਪ੍ਰੋਡਿਊਸ ਹੁੰਦੀ ਸੀ ਹੁਣ ਕਿੰਨੀ ਪ੍ਰੋਡਿਊਸ ਹੋਣ ਲੱਗ ਗਈ 50 ਕੁਇੰਟਲ ਪ੍ਰੋਡਿਊਸ ਹੋਈ ਠੀਕ ਹੈ। ਤੇ ਐਵਰੇਜ ਪ੍ਰੋਡਕਸ਼ਨ ਦੇਖੋ 2 ਐਵਰੇਜ ਟੋਟਲ ਪ੍ਰੋਡਕਸ਼ਨ ਤਾਂ ਕਿੰਨੀ ਆਪਣੀ 50 ਆ ਲੇਕਿਨ ਕਿੰਨੀ ਲੇਬਰ ਆਪਾਂ ਨੇ ਯੂਜ਼ ਕੀਤੀ ਆ 2 ਲੇਬਰ ਯੂਜ਼ ਕੀਤੀ ਆ ਦੈਨ ਪਰ ਲੇਬਰ ਕਿੰਨੀ ਪ੍ਰੋਡਕਸ਼ਨ ਕਰ ਰਹੀ ਹੈ ਐਵਰੇਜ ਪ੍ਰੋਡਕਸ਼ਨ ਕਿੰਨੀ ਹੈ ਪਰ ਲੇਬਰ ਦੀ ਦੈਨ 50 ਡਿਵਾइड बाय 2 ਕੀ ਆ ਜਾਏਗਾ TP डिवाइड बाय L 25 दिस इज द एवरेज प्रोडक्शन ਤੇ ਉਸ ਤੋਂ ਬਾਅਦ ਮਾਰਜਨਲ ਪ੍ਰੋਡਕਸ਼ਨ ਕਿੰਨੀ ਹੈ ਪਹਿਲਾਂ ਮੈਂ ਜਦੋਂ 1 ਲੇਬਰ ਯੂਜ਼ ਕਰਦੀ ਸੀ 20 ਪ੍ਰੋਡਕਸ਼ਨ ਹੁੰਦੀ ਸੀ TP ਐਂਡ 2 ਯੂਜ਼ ਕੀਤੀ ਤਦ 50 ਦੈਨ ਐਵਰੇਜ ਮੀਨਸ ਸੈਕੰਡ ਲੇਬਰ ਜਦੋਂ ਮੈਂ ਲਗਾਈ ਵੇਰੀਏਬਲ ਫੈਕਟਰ ਨੂੰ ਜ਼ਿਆਦਾ ਯੂਜ਼ ਕੀਤਾ ਤਾਂ ਉਹਨੇ ਕਿੰਨੀ ਪ੍ਰੋਡਕਸ਼ਨ ਕੀਤੀ ਮੀਨਸ 50 ਮਾਈਨਸ 20 ਤਾਂ ਕਿੰਨਾ ਆ ਗਿਆ 30 ਦੈਨ 30 ਮੇਰੀ ਕੀ ਹੋਈ ਮਾਰਜਨਲ ਪ੍ਰੋਡਕਸ਼ਨ ਇਹ ਸੈਕੰਡ ਲੇਬਰ ਦੇ ਨਾਲ ਮੇਰੀ ਪ੍ਰੋਡਕਸ਼ਨ ਦੇ ਵਿੱਚ ਇਨਕਰੀਜ਼ ਕਿੰਨਾ ਆਇਆ 30 ਕੁਇੰਟਲ ਆਇਆ। ਤਾਂ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਤੁਸੀਂ ਕੀ ਦੇਖ ਸਕਦੇ ਹੋ ਕਿ ਮਾਰਜਨਲ ਪ੍ਰੋਡਕਸ਼ਨ ਵੀ ਇਨਕਰੀਜ਼ ਹੋ ਰਹੀ ਆ ਇਹ ਸਾਨੂੰ ਇਹ ਦੱਸ ਰਿਹਾ ਕਿ ਜਿਵੇਂ ਜਿਵੇਂ ਅਸੀਂ ਲੇਬਰ ਦਾ ਜ਼ਿਆਦਾ ਯੂਜ਼ ਕੀਤਾ ਸਾਡੀ TP ਵੀ ਵਧੀਆ ਸਾਡੀ ਐਵਰੇਜ ਪ੍ਰੋਡਕਸ਼ਨ ਵੀ ਵਧੀਆ ਸਾਡੀ ਮਾਰਜਨਲ ਪ੍ਰੋਡਕਸ਼ਨ ਵੀ ਕੀ ਹੋਈ ਆ ਇਨਕਰੀਜ਼ ਹੋਈ ਆ। ਤੇ ਉਸ ਤੋਂ ਬਾਅਦ ਦੇਖੋ ਥਰਡ ਲੇਬਰ ਜਦੋਂ ਮੈਂ ਹੋਰ ਯੂਜ਼ ਕੀਤੀ ਕਿਉਂਕਿ ਕੋਈ ਵੀ ਫਾਰਮਰ ਪ੍ਰੋਡਿਊਸਰਸ ਉਦੋਂ ਤੱਕ ਆਪਣੇ ਵੇਰੀਏਬਲ ਫੈਕਟਰਸ ਨੂੰ ਯੂਜ਼ ਕਰਦਾ ਜਾਏਗਾ ਜਦੋਂ ਤੱਕ ਉਹਦਾ ਪ੍ਰੋਫਿਟ ਮੈਕਸਿਮਾਈਜੇਸ਼ਨ ਹੋ ਗਿਆ मतलब ਜਦੋਂ ਤੱਕ ਆਊਟਪੁੱਟ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀ ਹੈ ਇਹਦੇ ਵਿੱਚ ਵੀ ਇਹੀ ਹੋ ਰਿਹਾ ਆਊਟਪੁੱਟ ਇਨਕਰੀਜ਼ ਹੋ ਰਹੀ ਹੈ ਇਟਸ ਮੀਨਸ ਉਹ ਵੇਰੀਏਬਲ ਫੈਕਟਰ ਨੂੰ ਹੋਰ ਯੂਜ਼ ਕਰੇਗਾ ਕਿਉਂਕਿ ਉਹਨੇ ਹੋਰ ਪ੍ਰੋਫਿਟ ਗੇਨ ਕਰਨਾ ਹੈ ਤਾਂ ਉਹਨੇ ਇੱਕ ਲੇਬਰ ਨੂੰ ਹੋਰ ਲਗਾ ਦਿੱਤਾ ਇੱਕ ਲੇਬਰ ਦੇ ਥਰੂ ਕਹਿੰਦੇ TP ਦੇ ਵਿੱਚ ਕਿੰਨਾ ਇਨਕਰੀਜ਼ ਹੋਇਆ टोटल प्रोडक्शन अपनी कितनी इंक्रीज हो गया 5 to 90 इंक्रीज हो गया मींस एवरेज प्रोडक्शन कितनी है 90 डिवाइड बाय 3 मींस 30 एंड मार्जिनल प्रोडक्शन कितनी है थर्ड लेबर ਦੀ 40 90 minus 50 means 40 ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ TP ਵੀ ਇੰਕਰੀਜ਼ ਹੋਈ ਹੈ ਐਵਰੇਜ ਪ੍ਰੋਡਕਸ਼ਨ ਵੀ ਇੰਕਰੀਜ਼ ਹੋਈ ਹੈ ਐਂਡ ਮਾਰजिनल ਪ੍ਰੋਡਕਸ਼ਨ ਵੀ ਕੀ ਹੋਈ ਹੈ ਇੰਕਰੀਜ਼ ਹੋਈ ਹੈ। ਤਾਂ ਕੀ ਬੋਲ ਸਕਦੇ ਹੋ ਕਿ MP ਲੇਕਿਨ ਕੀ ਹੈ ਗ੍ਰੇਟਰ ਦੈਨ AP ਹੈ ਇੱਥੇ ਵੀ MP ਗ੍ਰੇਟਰ ਦੈਨ AP ਹੈ ਤੇ ਉਸ ਤੋਂ ਬਾਅਦ ਇੱਕ ਫਾਰਮਰ ਨੇ ਹੋਰ ਆਪਣਾ ਵੇਰੀਏਬਲ ਫੈਕਟਰ ਨੂੰ ਵਧਾਇਆ ਹੋਰ ਲੇਬਰ ਨੂੰ ਯੂਜ਼ ਕੀਤਾ ਇੱਕ ਹੋਰ ਲੇਬਰ ਲਿੱਤੀ ਤਾਂ ਉਹਦੀ TP ਇਨਕਰੀਜ਼ ਹੋ ਕੇ 120 ਹੋ ਗਈ ਐਂਡ ਐਵਰੇਜ ਪ੍ਰੋਡਕਸ਼ਨ ਦੇਖੋ TP ਤੋਂ ਐਵਰੇਜ ਪ੍ਰੋਡਕਸ਼ਨ ਕੱਢੋ 120 ਡਿਵਾइड बाय 4 30 ਲੇਕਿਨ ਐਵਰੇਜ ਪ੍ਰੋਡਕਸ਼ਨ ਦੇ ਵਿੱਚ ਕੋਈ ਵੀ ਇਨਕਰੀਜ਼ ਨਹੀਂ ਆਇਆ ਐਵਰੇਜ ਪ੍ਰੋਡਕਸ਼ਨ ਹੁਣ ਉਹਦੀ ਕੀ ਹੈ ਪਹਿਲਾਂ ਜਿੰਨੀ ਹੀ ਹੈ 30 ਹੀ ਹੈ ਜਦੋਂ फोर्थ लेबर लगाई उन्हें कोई भी ज़्यादा प्रोडक्शन इंक्रीज करके नहीं दी जितना पहला वाली लेबर कर रही थी उन्नी ही प्रोडक्शन इंक्रीज करती है एंड मार्जिनल प्रोडक्शन मेरी कितनी है 120 माइनस 90 मीन्स 30 MP मेरी हुन की होनी स्टार्ट होगी कट होनी स्टार्ट होगी ठीक है MP मेरी कटन लग गई ठीक है ਤੇ ਇੱਥੇ ਕੀ ਆ AP ਤੇ MP ਦੋਨੇ ਕੀ ਨੇ ਇਕੁਅਲ ਨੇ AP ਤੇ MP ਇਕੁਅਲ ਨੇ ਮਤਲਬ ਇੱਥੇ ਕੀ ਆ AP MP इक्वल मतलब AP ਤੇ MP ਇੱਥੇ ਮੈਕਸਿਮਮ ਹੈ ਤੇ ਉਸ ਤੋਂ ਬਾਅਦ ਦੇਖੋ ਅਗਰ ਮੈਂ ਹੋਰ ਲੇਕਿਨ TP ਹਜੇ ਵੀ ਇੰਕਰੀਜ਼ ਹੋ ਰਹੀ ਹੈ ਇੱਕ ਹੋਰ ਲੇਬਰ ਨੂੰ ਇੰਕਰੀਜ਼ ਕੀਤਾ ਤਾਂ ਪ੍ਰੋਡਕਸ਼ਨ 140 ਕੁਇੰਟਲ ਹੋ ਗਈ ਮੇਰੀ ਟੋਟਲ ਪ੍ਰੋਡਕਸ਼ਨ ਠੀਕ ਹੈ ਤੇ ਮੇਰੀ ਐਵਰੇਜ ਪ੍ਰੋਡਕਸ਼ਨ ਕਿੰਨੀ 28 AP ਕੱਟਣੀ ਸਟਾਰਟ ਹੋ ਗਈ AP 30 to 28 रहेगी ठीक है क्योंकि देखो पहला जो तक मैं 3 अपनी 3 लेबर यूज कर रही थी 10 एकड़ लैंड ਤੇ लैंड ਜ਼ਿਆਦਾ ਸੀਗੀ ਲੇਬਰ ਘੱਟ ਸੀਗੀ ਮਤਲਬ ਅੰਡਰ ਯੂਟਿਲਾਈਜੇਸ਼ਨ ਹੋ ਰਹੀ ਸੀ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਸੀ ਹੋ ਰਹੀ ਫਿਕਸ ਫੈਕਟਰਸ ਦੀ ਤਾਂ ਜਦੋਂ ਮੈਂ ਲੇਬਰ ਜਿਵੇਂ ਜਿਵੇਂ ਜ਼ਿਆਦਾ ਯੂਜ਼ ਕਰਨ ਲੱਗੀ ਤਾਂ ਮੇਰੀ ਪ੍ਰੋਡਕਸ਼ਨ ਇਨਕਰੀਜ਼ ਹੋਣ ਲੱਗੀ ਕਿਉਂਕਿ ਮੇਰੀ ਫਿਕਸ ਫੈਕਟਰਸ ਦੀ ਪ੍ਰੋਪਰ ਯੂਟਿਲਾਈਜੇਸ਼ਨ ਹੋਣ ਲੱਗੀ ਤਾਂ ਮੇਰੀ ਜਿਹੜੀ ਪ੍ਰੋਡਕਸ਼ਨ ਉਹ ਇਨਕਰੀਜ਼ ਹੋ ਰਹੀ ਸੀ ਲੇਕਿਨ ਹੁਣ ਦੇਖੋ 3 ਤੇ ਐਂਡ 4 ਤੇ ਮੇਰੀ ਜਿਹੜੀ ਇਹ ਆਪਣੀ ਲੈਂਡ ਸੀਗੀ ਉਹਦੀ ਪ੍ਰੋਪਰ ਯੂਟਿਲਾਈਜੇਸ਼ਨ ਹੋ ਗਈ ਜਿਹਦੇ ਨਾਲ ਮੇਰੀ AP ਤੇ MP ਇਕੁਅਲ ਨੇ ਐਂਡ ਉਸ ਤੋਂ ਬਾਅਦ ਦੇਖੋ 5 ਲੇਬਰ ਜਦੋਂ ਮੈਂ ਯੂਜ਼ ਕੀਤੀ 140 ਮੇਰੀ TP ਐਂਡ ਮੇਰੀ AP
28 एंड मेरी मार्जिनल प्रोडक्शन घट गई 20 एंड जो मैं एक लेबर होर यूज़ की 6 ਤਾਂ 150 ਮੇਰੀ प्रोडक्शन एंड 25 एवरेज प्रोडक्शन एंड मेरी मार्जिनल प्रोडक्शन 10 तो उस तो बाद देखो 7 लेबर यूज़ की 150 देखो पहला भी मेरी टीपी 150 ही है हुण भी मेरी टीपी 150 ही है मतलब मैं 6 लेबर तक वेरिएबल फैक्टर्स ਨੂੰ ਵਧਾਵਾਂਗਾ 6 ਲੇਬਰ ਤੱਕ ਹੀ ਮੈਂ ਪ੍ਰੋਡਕਸ਼ਨ ਕਰਾਂਗਾ ਅਗਰ ਮੈਂ 6 ਤੋਂ ਬਾਅਦ 7 ਯੂਨਿਟ ਹੋਰ ਲਿੱਤਾ ਤਦ ਮੇਰੀ ਜਿਹੜੀ ਆਪਣੀ ਟੋਟਲ ਪ੍ਰੋਡਕਸ਼ਨ ਹੈ ਉੱਥੇ 0 ਆ 7 ਜਿਹੜੀ ਮੇਰੀ ਲੇਬਰ ਹੈ ਕੁਛ ਵੀ ਪ੍ਰੋਡਿਊਸ ਨਹੀਂ ਕਰ ਰਹੀ ਤੇ ਮੇਰੀ ਐਵਰੇਜ ਪ੍ਰੋਡਕਸ਼ਨ ਵੀ ਘਟ ਗਈ ਹੋਰ ਐਂਡ ਐਮਪੀ ਮੇਰੀ 0 ਆ ਮੀਨਸ ਇੱਥੇ ਜਿੱਥੇ ਮੇਰੀ ਟੀਪੀ ਮੈਕਸਿਮਮ ਹੈ ਮੈਂ ਉੱਥੇ ਤੱਕ ਪ੍ਰੋਡਕਸ਼ਨ ਕਰਾਂਗਾ ਉਸ ਤੋਂ ਬਾਅਦ ਵੀ ਮੈਂ ਜੇ ਲੇਬਰ वेरिएबल फैक्टर्स ਨੂੰ ਜ਼ਿਆਦਾ ਯੂਜ਼ ਕਰਾਂਗਾ तब मेरी टीपी घटनी स्टार्ट हो जाएगी ए भी मेरी भी घटेगी एंड मार्जिनल प्रोडक्शन मेरी नेगेटिव होने लग जाएगी मीनस मेरे लॉस होने लग जाएगा मतलब जिथे तक टीपी मैक्सिमम है एमपी 0 आ उत्थे तक मैं जो वेरिएबल्स फैक्टर्स ने उन्होंने इंक्रीज करके अपनी प्रोडक्शन इंक्रीज कर सकता अगर मैं उस तो बाद भी लेबर को वेरिएबल फैक्टर को ज़्यादा इंक्रीज करांगा तब मेरी लॉस होना स्टार्ट हो जाएगा क्योंकि मेरी टीपी घटेगी तो कॉस्ट मेरी बढ़ेगी ਤਾਂ ਇਹ 3 ਸਟੇजेस ਆਪਾਂ ਇਹਨੂੰ ਕਹਿ ਸਕਦੇ ਹਾਂ 3 ਸਟੇजेस ਲਾ ਆਫ ਵੇਰੀਏਬਲ ਪ੍ਰੋਪੋਰਸ਼ਨ ਦੇ ਵਿੱਚ ਆਉਂਦੀਆਂ ਨੇ ਤਾਂ ਫਸਟ ਸਟੇਜ ਦੇ ਵਿੱਚ ਕੀ ਹੋਏਗਾ ਜਿਹਦੇ ਵਿੱਚ ਮੇਰੀ ਟੀਪੀ ਏਪੀ ਤੇ ਐਮਪੀ ਤਿੰਨੇ ਚੀਜ਼ਾਂ ਬਦਲਣਗੀਆਂ ਜਦੋਂ ਮੈਂ ਫਿਕਸ ਫੈਕਟਰਸ ਦੇ ਨਾਲ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰੂੰਗਾ ਤੇ ਦੂਸਰੀ ਪੋਜੀਸ਼ਨ ਦੇ ਵਿੱਚ ਕੀ ਹੋਏਗਾ ਜਦੋਂ ਮੇਰੀ ਏਪੀ ਤੇ ਐਮਪੀ ਡਿਕਰੀਜ਼ ਹੋਏਗੀ ਐਂਡ ਮੇਰੀ टीपी इंक्रीज होएगी दिस इज द सेकंड स्टेज एंड थर्ड स्टेज मेरी जो मेरी टीपी एमपी ते एपी टीपी ते एपी मेरी डिक्रीज होएगी ते एमपी मेरी नेगेटिव हो जाएगी दिस इज द थर्ड स्टेज ਤਾਂ ਆਪਾਂ ਇਹ ਵੀ ਬੋਲ ਸਕਦੇ ਹਾਂ ਕਿ ਇਹਨੂੰ ਆਪਾਂ ਰਿਟਰਨ ਟੂ ਆ ਫੈਕਟਰ ਬੋਲ ਸਕਦੇ ਹਾਂ ਕਿ ਇੱਕ ਫੈਕਟਰ ਦੇ ਵਿੱਚ ਚੇਂਜ ਕਰਨ ਦੇ ਨਾਲ ਮੈਨੂੰ ਰਿਟਰਨਸ ਕਿੱਦਾਂ ਆਏ ਨੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਫਰਸਟ ਸਟੇਜ ਦੇ ਵਿੱਚ ਮੇਰੇ ਇਨਕਰੀਜ਼ਿੰਗ ਰਿਟਰਨਸ ਆਉਣਗੇ ਐਂਡ ਡਿਮਿਨਿਸ਼ਿੰਗ ਕਾਸਟ ਆਏਗੀ ਮਤਲਬ ਜਿਵੇਂ ਜਿਵੇਂ ਮੈਂ ਫਿਕਸ ਫੈਕਟਰਸ ਦੇ ਨਾਲ ਸ਼ਾਰਟ ਟਰਮ ਦੇ ਵਿੱਚ ਵੇਰੀਏਬਲ ਫੈਕਟਰਸ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰੂੰਗਾ तब की होएगा मेरी इनपुट्स दे नालों आउटपुट बहुत ज़्यादा बढ़ेगी अगर मैं वेरिएबल फैक्टर्स के विच 5% इंक्रीज कर रहे हैं तो मेरे ਜਿਹੜੇ ਇਨਪੁਟਸ ਹੈ ਉਹਦੇ ਵਿੱਚ 20 ਆਊਟਪੁਟ ਹੈ ਉਹਦੇ ਵਿੱਚ 20% ਇੰਕਰੀਜ਼ ਹੋਏਗਾ ਮਤਲਬ ਇਨਪੁਟਸ ਦੇ ਨਾਲੋਂ ਆਊਟਪੁਟ ਜ਼ਿਆਦਾ ਹੋਏਗੀ ਇੰਕਰੀਜ਼ਿੰਗ ਰਿਟਰਨਸ ਐਂਡ ਡਿਕਰੀਜ਼ਿੰਗ ਕਾਸਟ ਆਏਗੀ ਫਰਸਟ ਸਟੇਜ ਦੇ ਵਿੱਚ ਠੀਕ ਹੈ ਐਂਡ ਸੈਕੰਡ ਸਟੇਜ ਦੇ ਵਿੱਚ ਕੀ ਆਏਗਾ ਕਾਂਸਟੈਂਟ ਰਿਟਰਨਸ ਐਂਡ ਕਾਂਸਟੈਂਟ ਕਾਸਟ ਜਿਹਦੇ ਵਿੱਚ ਜਿੰਨੇ ਮੈਂ ਇਨਪੁਟਸ ਲਗਾਏ ਨੇ ਉਨੀ ਹੀ ਮੇਰੀ ਆਊਟਪੁੱਟ ਹੋਏਗੀ ਅਗਰ ਮੈਂ ਵੇਰੀਏਬਲ ਫੈਕਟਰਸ ਦੇ ਵਿੱਚ 5% ਇੰਕਰੀਜ਼ ਕਰ ਰਿਹਾ ਤਾਂ 5% ਹੀ ਮੈਨੂੰ ਰਿਟਰਨਸ ਮਿਲਣਗੇ ਤੇ ਕਾਸਟ ਵੀ ਮੇਰੀ ਉਨੀ ਹੋਏਗੀ ਜਿਹਦੇ ਵਿੱਚ ਨੋ ਲਾਸ ਨੋ ਗੇਨ ਹੋਏਗਾ ਠੀਕ ਹੈ ਜਿੰਨੇ ਇਨਪੁਟਸ ਉਨਾ ਹੀ ਆਊਟਪੁੱਟ ਐਂਡ ਥਰਡ ਸਟੇਜ ਜੋ ਮੇਰੀ ਲਾਸਟ ਸਟੇਜ ਹੈ ਜਿਹਦੇ ਵਿੱਚ ਐਮਪੀ ਨੈਗੇਟਿਵ ਜਾਂਦੀ ਆ ਇਹਦੇ ਵਿੱਚ ਇਸ ਸਟੇਜ ਦਾ ਕੀ ਮਤਲਬ ਹੈ ਕਿ ਜਦੋਂ ਮੈਂ ਵੇਰੀਏਬਲਸ ਫੈਕਟਰ ਨੂੰ ਫਿਕਸ ਫੈਕਟਰਸ ਦੇ ਨਾਲ अजे भी यूज करता जाऊँगा तो मैं जो रिटर्नस ने डिमिनिशिंग होने स्टार्ट हो जाएंगे रिटर्नस में आउटपुट है मेरी वो इनपुट के नालों घटनी स्टार्ट हो जाएगी जिदे करके मेरी कॉस्ट लेबर की ਵਧਣੀ स्टार्ट हो जाएगी डिमिनिशिंग रिटर्नस एंड इंक्रीजिंग कॉस्ट आएगी तब लॉ ऑफ वेरिएबल प्रपोर्शन ਦੇ ਵਿੱਚ ਇਹ 3 रिटर्न टू आ फैक्टर ਦੇ ਵਿੱਚ 3 लॉ भी ने ਤਾਂ फर्स्ट लॉ है इंक्रीजिंग रिटर्नस एंड decreasing cost and second है constant returns constant cost and third है diminishing returns and increasing cost return to a factor ਤਾਂ ਇਹ 3 ਸਟੇजेस ਨੇ ਜਿਨ੍ਹਾਂ ਨੂੰ ਆਪਾਂ ਹੁਣ ਡਾਇਗਰਾਮ ਦੇ ਵਿੱਚ ਦੇਖਾਂਗੇ ਫਰਸਟ ਸਟੇਜ ਦੇ ਵਿੱਚ ਕੀ ਆ AP MP ATP increase and second ਦੇ ਵਿੱਚ AP decrease and TP increase maximum and MP 0 and third ਦੇ ਵਿੱਚ MP negative AP decrease and TP is also decrease ਹੋਏਗਾ ਤਾਂ ਇਸ ਡਾਇਗਰਾਮਸ ਨੂੰ ਆਪਾਂ ਤੇ ਟੇਬਲ ਨੂੰ ਪੇਪਰ ਦੇ ਵਿੱਚ ਜ਼ਰੂਰ ਬਣਾਉਣਾ ਹੈ ਕਿਉਂਕਿ ਅਗਰ ਇਹ ਕੁਐਸਚਨ ਆ ਜਾਂਦਾ ਹੈ ਕਿਉਂਕਿ ਸਾਰਾ ਕੁਝ ਇਸ ਡਾਇਗਰਾਮਸ ਤੇ ਟੇਬਲ ਤੇ ਹੀ ਡਿਪੈਂਡ ਕਰਦਾ ਹੈ ਹੁਣ ਦੇਖੋ ਇਹ ਹੈਗੀ ਆ units of variable factor law of variable return to a factors law of variable proportion बोल सकते हैं पहले रिटर्न टू अ फैक्टर बोल सकते हैं ठीक है रिलेशनशिप बिटवीन टीपी एमपी एंड एपी बोल सकते हैं एंड इस तो बाद इन्हें शॉर्ट रन एनालिसिस भी बोल सकते हैं दिस इज द लॉन्ग क्वेश्चन ਤਾਂ ਤੁਸੀਂ
इस डायग्राम ਦੇ ਵਿੱਚ ਦੇਖ ਸਕਦੇ ਹੋ ਕਿ ਜੋ ਫਰਸਟ ਡਾਇਗਰਾਮ ਹੈ ਉਹ ਸਾਨੂੰ ਟੋਟਲ ਪ੍ਰੋਡਕਸ਼ਨ ਤੇ ਵੇਰੀਏਬਲ ਫੈਕਟਰਸ ਦੇ ਰਿਲੇਸ਼ਨ ਨੂੰ ਦਿਖਾ ਰਹੀ ਹੈ ਕਿ ਜਿਵੇਂ ਜਿਵੇਂ ਅਸੀਂ ਵੇਰੀਏਬਲਸ ਫੈਕਟਰ ਨੂੰ ਚੇਂਜ ਕਰਦੇ ਹਾਂ ਤਾਂ ਉਹਦੇ ਨਾਲ ਸਾਡਾ ਟੋਟਲ ਪ੍ਰੋਡਕਸ਼ਨ ਦੇ ਵਿੱਚ ਕੀ ਚੇਂਜ ਹੁੰਦਾ ਉੱਪਰ ਵਾਲੀ ਡਾਇਗਰਾਮ ਤੇ ਨੀਚੇ ਵਾਲੀ ਡਾਇਗਰਾਮ ਸਾਨੂੰ ਐਮਪੀ ਮੀਨਸ ਮਾਰਜਨਲ ਪ੍ਰੋਡਕਸ਼ਨ ਤੇ ਜਿਹੜੇ ਆਪਣੇ ਵੇਰੀਏਬਲਸ ਫੈਕਟਰਸ ਨੇ ਕਿ ਜਿਵੇਂ ਜਿਵੇਂ ਆਪਾਂ ਵੇਰੀਏਬਲ ਫੈਕਟਰ ਚੇਂਜ ਕਰਦੇ ਜਾਵਾਂਗੇ ਐਮਪੀ ਸਾਡੀ ਕਿਸ ਤਰ੍ਹਾਂ ਚੇਂਜ ਹੋਏਗੀ ਉਹਨਾਂ ਦੇ ਰਿਲੇਸ਼ਨਸ ਨੂੰ ਦਿਖਾ ਰਹੀ ਹੈ ਕਿ ਇੱਕ ਯੂਨਿਟ ਦੇ ਨਾਲ ਅਸੀਂ ਕਿਸ ਤਰ੍ਹਾਂ ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਹਾਂ ਵਿਦ ਦ ਹੈਲਪ ਆਫ ਲੇਬਰ ਵੇਰੀਏਬਲ ਫੈਕਟਰਸ ਤੇ ਕਦੋਂ ਤੱਕ ਅਸੀਂ ਲੇਬਰ ਨੂੰ ਯੂਜ਼ ਕਰ ਸਕਦੇ ਹਾਂ ਤਾਂ ਆਪਾਂ ਲੇਬਰ ਨੂੰ ਕਿੱਥੋਂ ਤੱਕ ਵਧਾ ਸਕਦੇ ਕੁਐਸਚਨ ਇਹੀ ਹੈ ਜਿੱਥੇ ਟੀਪੀ ਮੈਕਸਿਮਮ ਹੁੰਦੀ ਹੈ ਤੇ ਐਮਪੀ ਜ਼ੀਰੋ ਹੁੰਦੀ ਹੈ ਆਪਾਂ ਉੱਥੇ ਤੱਕ ਲੇਬਰ ਨੂੰ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰ ਸਕਦੇ ਆ ਇਨ ਅ ਸ਼ਾਰਟ ਰਨ ਫॉर ਦਾ ਇਨਕਰੀਜ਼ ਇਨ ਪ੍ਰੋਡਕਸ਼ਨ ਅਗਰ ਜਿੱਥੋਂ ਟੀਪੀ ਡਿਕਰੀਜ਼ ਹੋਣੀ ਸਟਾਰਟ ਹੋ ਜਾਂਦੀ ਤੇ ਜਦੋਂ ਐਮਪੀ ਨੈਗੇਟਿਵ ਹੋਣੀ ਸਟਾਰਟ ਹੋ ਜਾਂਦੀ ਤਾਂ ਆਪਾਂ ਵੇਰੀਏਬਲ ਫੈਕਟਰ ਨੂੰ ਇਨਕਰੀਜ਼ ਨਹੀਂ ਕਰਾਂਗੇ ਕਿਉਂਕਿ ਸਾਡਾ ਲਾਸ ਸਟਾਰਟ ਹੋ ਜਾਏਗਾ ਤਾਂ ਹੁਣ ਦੇਖੋ ਜਿਹੜਾ 3 ਸਟੇजेस ਵਾਲਾ ਇੱਕ ਕੁਐਸਚਨ ਹੈ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਉੱਪਰ ਰਿਲੇਸ਼ਨਸ਼ਿਪ ਬਿਟਵੀਨ ਦਾ ਟੀਪੀ ਐਂਡ यूनिट्स ऑफ वेरिएबल फैक्टर्स एंड नीचे है मार्जिनल प्रोडक्शन ते वेरिएबल फैक्टर के बीच रिलेशनशिप तो सब तो पहला देखो ऊपर वाली डायग्राम ओ एक्स अक्ष ते ਆਪਾਂ ਨੇ यूनिट्स ऑफ वेरिएबल फैक्टर लिखे हुए ने ओ वाई ते टोटल प्रोडक्शन लिखी हुई है इन यूनिट्स ਦੇ ਵਿੱਚ ਲਿਖੀ ਹੋਈ ਹੈ ਤੇ ਜਿਹੜੀ ਸਾਡੀ ਟੀਪੀ ਕਰਵ ਹੈ ਇਹ ਟੋਟਲ ਪ੍ਰੋਡਕਸ਼ਨ ਕਰਵ ਹੈ ਤੇ ਨੀਚੇ ਜਿਹੜੀ ਸਾਡੀ ਐਮਪੀ ਕਰਵ ਹੈ ਦਿਸ ਇਜ਼ ਅ ਮਾਰਜਨਲ ਪ੍ਰੋਡਕਸ਼ਨ ਕਰਵ ਠੀਕ ਹੈ ਤੇ ਉਹ ਐਕਸ ਅਕਸ਼ ਤੇ ਫਿਰ ਯੂਨਿਟਸ ਆਫ ਫੈਕਟਰ ਲਿੱਤੇ ਹੋਏ ਨੇ ਉਹ ਵਾਈ ਤੇ ਮਾਰਜਨਲ ਪ੍ਰੋਡਕਸ਼ਨ ਇਨ ਯੂਨਿਟਸ ਲਿੱਤੀ ਹੋਈ ਆ ਤੇ ਇਹ ਸਾਨੂੰ 3 ਫੇਸਿਸ ਦੱਸ ਰਿਹਾ 3 ਸਟੇजेस ਦੱਸ ਰਿਹਾ ਫੇਸ 1 ਦੱਸ ਰਿਹਾ ਫੇਸ 2 ਦੱਸ ਰਿਹਾ ਫੇਸ 3 ਦੱਸ ਰਿਹਾ ਕਿ ਸ਼ਾਰਟ ਰਨ ਦੇ ਵਿੱਚ ਆਪਾਂ ਕਿਸ ਤਰ੍ਹਾਂ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਇਨਕਰੀਜ਼ ਕਰ ਸਕਦੇ ਆ ਤੁਹਾਨੂੰ ਪਤਾ ਹੈ ਕਿ ਸ਼ਾਰਟ ਰਨ ਦੇ ਵਿੱਚ ਫਿਕਸ ਤੇ ਵੇਰੀਏਬਲ ਫੈਕਟਰਸ ਹੁੰਦੇ ਨੇ ਫਿਕਸ ਫੈਕਟਰ ਨੂੰ ਚੇਂਜ ਨਹੀਂ ਕਰ ਸਕਦੇ ਓਨਲੀ ਵੇਰੀਏਬਲ ਫੈਕਟਰਸ ਮੀਨਸ ਲੇਬਰ ਜਾਂ ਰॉ ਮਟੀਰੀਅਲ ਨੂੰ ਇਨਕਰੀਜ਼ ਕਰਕੇ ਹੀ ਅਸੀਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਆ ਤਾਂ ਕਿਸ ਤਰ੍ਹਾਂ ਆਪਾਂ ਆਪਣੀ ਲੇਬਰ ਨੂੰ ਇਨਕਰੀਜ਼ ਕਰਾਂਗੇ ਤਾਂ ਸਾਡੀ ਜਿਹੜੀ ਟੀਪੀ ਐਮਪੀ ਹੈ ਉਹਨੂੰ ਦੇਖਦੇ ਹੋਏ ਕਦੋਂ ਤੱਕ ਕਰਾਂਗੇ ਤਾਂ ਕਿਹੜੇ ਕਿਹੜੇ ਫੇਸ ਨੇ ਜਿਹੜੇ ਸਾਡੇ ਰਿਟਰਨਸ ਦੇ ਵਿੱਚ ਆਉਂਦੇ ਨੇ ਕਿਸ ਤਰ੍ਹਾਂ ਸਾਨੂੰ ਆਊਟਪੁੱਟ ਆਏਗੀ ਆਪਾਂ ਉਹ ਦੇਖਦੇ ਹਾਂ ਤਾਂ ਫਸਟ ਇਜ਼ ਆ ਜਦੋਂ ਕਹਿੰਦੇ ਮੈਂ ਇੱਕ ਲੇਬਰ ਯੂਜ਼ ਕਰ ਰਿਹਾ ਸੀਗਾ ਤਾਂ ਦੇਖੋ ਜਦੋਂ ਮੈਂ ਫਰਸਟ ਲੇਬਰ ਯੂਜ਼ ਕੀਤੀ ਤਦ ਮੇਰੀ ਟੀਪੀ ਵੀ ਇਨਕਰੀਜ਼ ਹੋ ਰਹੀ ਹੈ ਰੀਜ਼ਨ ਤੋਂ ਉੱਪਰ ਨੂੰ ਜਾ ਰਹੀ ਹੈ ਤੇ ਐਮਪੀ ਵੀ ਮੇਰੀ ਕੀ ਹੋ ਰਹੀ ਹੈ ਇਨਕਰੀਜ਼ ਹੋ ਰਹੀ ਹੈ ਉਸ ਤੋਂ ਬਾਅਦ ਜਦੋਂ ਮੈਂ ਇੱਕ ਲੇਬਰ ਹੋਰ ਲਗਾਈ 10 ਏਕੜ ਲੈਂਡ ਤੇ तब मेरी जी टीपी आ वो इनक्रीज होके कितनी होगी 20 होगी एंड एमपी इनक्रीज होके भी मेरी 10 तो ज़्यादा होगी मतलब जी मेरी टोटल प्रोडक्शन है वो इनक्रीजिंग रेट के नाल इनक्रीज हो रही है जो मैं सैकेंड जी है लेबर यूज की तो ये कह सकते कि फर्स्ट फेज के जोड़े साडे रिटर्नस ने वो इनक्रीजिंग होंगे मतलब ਜਿਹੜੀ ਮੇਰੀ ਆਊਟਪੁੱਟ ਹੈ ਉਹ ਇਨਪੁੱਟ ਦੇ ਨਾਲੋਂ ਇਨਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋਏਗੀ ਆਊਟਪੁੱਟ ਬਹੁਤ ਜ਼ਿਆਦਾ ਇਨਕਰੀਜ਼ ਹੋਏਗੀ ਇਨਕਰੀਜ਼ਿੰਗ ਰੇਟ ਦੇ ਵਿੱਚ ਇਨਕਰੀਜ਼ ਹੋਏਗੀ ਜਦੋਂ ਮੈਂ ਵੇਰੀਏਬਲਸ ਫੈਕਟਰਸ ਮੀਨਸ ਲੇਬਰ ਦੇ ਵਿੱਚ ਇਨਕਰੀਜ਼ ਕਰੂੰਗਾ ਤੇ ਸੈਕੰਡ ਫੇਜ਼ ਦੇ ਵਿੱਚ ਜਦੋਂ ਮੈਂ ਥਰਡ ਲੇਬਰ ਲਗਾਈ ਤਾਂ ਮੇਰੀ ਟੀਪੀ ਵੀ ਪੋਜ਼ਿਟਿਵ ਹੈ ਤੇ ਮੇਰੀ ਐਮਪੀ डिक्रीज हो रही है टीपी इंक्रीज हो रही है मेरी टोटल प्रोडक्शन इंक्रीज हो रही है लेकिन डिक्रीजिंग रेट के नाल इंक्रीज हो रही है जो मैं थर्ड तो बाद फोर्थ क्वांटिटी ਵਧਾਵਾਂਗਾ ਤੇ ਫਿਫਥ ਕੁਆਂਟੀਟੀ ਵਧਾਵਾਂਗਾ ਠੀਕ ਹੈ 3/4 ਤੇ ਮੇਰੀ ਟੀਪੀ ਡਿਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋ ਰਹੀ ਹੈ ਜਦੋਂ ਮੇਰੀ ਟੀਪੀ ਇਨਕਰੀਜ਼ ਹੋਏਗੀ ਤਦ ਮੇਰੀ ਏਪੀ ਤੇ ਜਿਹੜੀ ਐਮਪੀ ਉਹ ਕੀ ਹੋਏਗੀ ਡਿਕਰੀਜ਼ ਹੋਏਗੀ ਤਾਂ ਤੁਸੀਂ ਇਸ ਤੇ ਦੇਖ ਸਕਦੇ ਹੋ ਕਿ ਪੀ ਪੁਆਇੰਟ ਤੋਂ ਬਾਅਦ ਜਿੱਥੇ ਐਮਪੀ ਮੈਕਸਿਮਮ ਹੈ एंड पॉइंट ऑफ इनफ्लैक्शन है क्यू पॉइंट ते टीपी का उतों तक की है सैकेंड लेबर तक मेरे इंक्रीजिंग रिटर्न्स आएंगे बहुत ज़्यादा आउटपुट इंक्रीज होएगी उस तो बाद अगर मैं थर्ड ते फोर्थ लेबर यूज़ करूँगा मेरी टीपी डिक्रीजिंग रेट के नाल स्टार्ट होएगी इंक्रीज हो रही है लेकिन पहले नालों घट इंक्रीज हो रही है लेकिन मेरी एमपी की होनी स्टार्ट हो जाएगी घटनी स्टार्ट हो जाएगी क्योंकि अपनी प्रॉपर यूटिलाइजेशन होनी स्टार्ट होगी फिक्स फैक्टर्स की ਤੇ ਫਿਰ ਐਮ ਪੁਆਇੰਟ ਤੇ ਕੀ ਆ ਜਦੋਂ ਮੈਂ ਫਿਫਥ ਲੇਬਰ ਯੂਜ਼ ਕਰ ਰਹੀ ਹਾਂ ਮੇਰੀ ਟੀਪੀ ਕੀ ਆ ਮੈਕਸਿਮਮ ਹੈ ਟੀਪੀ ਮੈਕਸਿਮਮ ਆ ਉੱਥੇ ਐਮਪੀ 0 ਆ ਮਤਲਬ ਮੈਂ ਇੱਥੋਂ ਤੱਕ ਸੈਕੰਡ ਫੇਜ਼ ਤੇ ਐਂਡ ਤੱਕ ਕੀ ਕਰ ਸਕਦਾ ਆਪਣੀ ਪ੍ਰੋਡਕਸ਼ਨ ਨੂੰ ਕੈਰੀ ਔਨ ਕਰ ਸਕਦਾ ਵਿਦ ਹੈਲਪ ਆਫ ਵੇਰੀਏਬਲ ਫੈਕਟਰਸ ਉਸ ਤੋਂ ਬਾਅਦ ਮੇਰੀ ਥਰਡ ਫੇਜ਼ ਦੇ ਵਿੱਚ ਕੀ ਸਟਾਰਟ ਹੋ ਗਿਆ ਥਰਡ ਫੇਜ਼ ਦੇ ਵਿੱਚ ਜਦੋਂ ਮੈਂ 6 ਲੇਬਰ ਯੂਜ਼ ਕੀਤੀ तब मेरी टीपी डिक्रीज होनी स्टार्ट होगी क्योंकि ओवर यूटिलाइजेशन ऑफ फिक्स फैक्टर होने लगी जिससे मेरी प्रोडक्शन घटेगी तो मेरे जोड़े कॉस्ट है वो इनक्रीज होएगी तो थर्ड फेज के तुम देख सकते हो कि मेरी टीपी डिक्रीज हो रही है एंड मेरी एमपी
ਨੈਗੇਟਿਵ ਹੋ ਰਹੀ ਹੈ ਐਂਡ ਜਿੱਥੇ ਮੇਰੀ ਟੀਪੀ ਮੈਕਸਿਮਮ ਸੀ ਉੱਥੇ ਐਮਪੀ ਮੇਰੀ ਜ਼ੀਰੋ ਸੀ, ਮਾਰਜਨਲ ਪ੍ਰੋਡਕਟਿਵਿਟੀ ਜ਼ੀਰੋ ਸੀ, ਫਿਫਥ ਲੇਬਰ ਦੀ ਕੋਈ ਵੀ ਕੁਝ ਵੀ ਪ੍ਰੋਡਿਊਸ ਨਹੀਂ ਸੀ ਕਰ ਰਿਹਾ, ਟੀਪੀ ਉੱਥੇ ਮੈਕਸਿਮਮ ਸੀਗੀ, ਠੀਕ ਹੈ, ਜਿੰਨੀ ਪਹਿਲਾਂ ਸੀ ਫੋਰਥ ਤੇ ਉਨੀ ਹੀ ਫਿਫਥ ਤੇ ਹੈ। ਐਂਡ ਉਸ ਤੋਂ ਬਾਅਦ ਸਿਕਸ ਤੇ ਕੀ ਹੈ ਮੇਰੀ ਐਮਪੀ ਡਿਕਰੀਜ਼ ਹੋਣੀ ਸਟਾर्ट होगी, डिमिनिशिंग रिटर्न्स एंड इंक्रीजिंग कॉस्ट स्टार्ट होगी एंड टीपी मेरी डिक्रीज होगी स्टार्ट होगी। तो ਤੁਸੀਂ ਇਹ ਬੋਲ ਸਕਦੇ ਹੋ ਕਿ ਦਿਸ ਇਜ਼ ਅ ਥ੍ਰੀ ਫੇਸਿਸ। ਜਦੋਂ ਫਰਸਟਲੀ ਆਪਾਂ ਲੇਬਰ ਦੀ ਕੁਆਂਟੀਟੀ ਇਨਕਰੀਜ਼ ਕਰਾਂਗੇ ਤਾਂ ਆਪਣੀ ਟੀਪੀ ਤੇ ਐਮਪੀ ਜਿੱਥੇ ਇਨਕਰੀਜ਼ ਹੋਏਗੀ ਤੇ ਸੈਕੰਡ ਫੇਜ਼ ਦੇ ਵਿੱਚ ਟੀਪੀ ਇਨਕਰੀਜ਼ ਹੋਏਗੀ ਡਿਕਰੀਜ਼ਿੰਗ ਰੇਟ ਦੇ ਨਾਲ ਤੇ ਐਮਪੀ ਮੇਰੀ ਡਿਕਰੀਜ਼ ਹੋਏਗੀ ਐਂਡ ਥਰਡ ਫੇਜ਼ ਦੇ ਵਿੱਚ ਕੀ ਆ ਟੀਪੀ ਮੈਕਸਿਮਮ ਹੋਏਗੀ ਜਿੱਥੇ ਉੱਥੇ ਐਮਪੀ ਜ਼ੀਰੋ ਹੋਏਗੀ ਐਂਡ ਜਿੱਥੋਂ ਟੀਪੀ ਡਿਕਰੀਜ਼ ਹੋਣੀ ਜਦੋਂ ਸਟਾਰਟ ਹੋਣ ਲੱਗੀ ਉੱਥੇ ਐਮਪੀ ਕੀ ਹੋਈ ਮੇਰੀ ਨੈਗੇਟਿਵ ਹੋਏਗੀ ਥਰਡ ਫੇਜ਼ ਦੇ ਵਿੱਚ। दिस इज अ थ्री फेसिस। फर्स्ट फेज को तुसी इंक्रीजिंग रिटर्न्स एंड डिमिनिशिंग कॉस्ट बोल सकते हो एंड सैकेंड फेज को तुसी कांस्टेंट रिटर्न्स कांस्टेंट कॉस्ट एम ते जिसके फोर्थ ते फिफ्थ लेवल यूज कर रहे हैं एंड उस तो बाद थर्ड फेज को तुसी डिमिनिशिंग रिटर्न्स ते इंक्रीजिंग कॉस्ट वाला लॉ बोल सकते हो। पर ये सीगे ਜਿਹੜੇ ਆਪਣੇ 3 ਫੇਸਿਸ ਜੋ ਇਸ ਦੇ ਵਿੱਚ ਆ ਰਹੇ ਸੀਗੇ ਤਾਂ ਇਹ 3 ਫੇਸ ਨੇ ਜਦੋਂ ਆਪਾਂ ਸ਼ਾਰਟ ਰਨ ਦੇ ਵਿੱਚ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰਦੇ ਆ with the help of variable factors। ਇਹਨਾਂ को law of variable proportion भी बोलते हैं, ठीक है। ये थर्ड स्टेजेस ने थर्ड स्टेज 3 स्टेजेस ने जो सानू रिलेशनशिप दसदियां ने बिटवीन द एपी एमपी एंड टीपी। और देखो फर्स्ट फेज ਦੇ ਵਿੱਚ टीपी ਤੇ एमपी पॉजिटिव है इंक्रीज हो रही है, सैकेंड फेज ਦੇ ਵਿੱਚ टीपी इंक्रीज एंड एमपी डिक्रीज एंड थर्ड फेज ਦੇ ਵਿੱਚ ਕੀ ਆ टीपी डिक्रीज एंड एमपी साडी की हो रही है नेगेटिव हो रही है। ਤੇ ਉਸ ਤੋਂ ਬਾਅਦ ਦੇਖੋ ਤੁਹਾਨੂੰ ਇਹ ਦੱਸ ਦਿੱਤਾ ਕਿ ਇੰਕਰੀਜ਼ਿੰਗ ਐਮਪੀ ਦਾ ਮਤਲਬ ਇੰਕਰੀਜ਼ਿੰਗ ਰਿਟਰਨਸ, डिक्रीजिंग एमपी डिक्रीजिंग रिटर्न्स कांस्टेंट एंड फिर डिमिनिशिंग रिटर्न्स, ठीक है। ਤੇ ਉਸ ਤੋਂ ਬਾਅਦ ਦੇਖੋ ਕਹਿੰਦੇ ਇਹ ਜਿਹੜੀ ਕੰਡੀਸ਼ਨ ਹੈ ਅਪਲਾਈ ਕੀ ਕਿਉਂ ਹੁੰਦੀ ਆ, ਕਾਜ਼ਸ ਕੀ ਨੇ, ਇਹ ਜਿਹੜੇ ਉਤਪਾਦਨ ਦੇ ਘਟਦੇ ਵੱਧਦੇ ਨਿਯਮ ਦੇ ਲਾਗੂ ਹੋਣ ਦੇ ਕਾਰਨ ਕੀ ਨੇ। ਸਭ ਤੋਂ ਪਹਿਲਾਂ ਕੀ ਹੈ उत्पादन ਦੇ ਸਥਿਰ ਸਾਧਨ ਮਤਲਬ ਇਨਡਿਵਿਜ਼ਿਬਿਲਿਟੀ ਆਫ ਫੈਕਟਰਸ, ਕਿਉਂਕਿ ਸ਼ਾਰਟ ਟਰਮ ਦੇ ਵਿੱਚ ਕੀ ਆ ਜਿਹੜੇ ਕੁਝ ਫੈਕਟਰ ਨੇ ਉਹ ਸਥਿਰ ਰਹਿੰਦੇ ਨੇ, ਜਿਹੜੇ ਕੁਝ ਫੈਕਟਰਸ ਨੇ ਉਹ ਵੇਰੀਏਬਲਸ ਹੁੰਦੇ ਨੇ। ਹੁਣ ਦੇਖੋ ਜੇ ਸਥਿਰ ਸਾਧਨਾਂ ਦੀ ਕੁਆਂਟੀਟੀ ਉਨੀ ਹੀ ਰਹੇਗੀ, ਠੀਕ ਹੈ, ਮਸ਼ੀਨ ਇੱਕ ਰਹੇਗੀ ਉੱਤੇ ਇੱਕ ਲੇਬਲ ਲਗਾਵਾਂਗੇ, 2 ਲੇਬਲ ਲਗਾਵਾਂਗੇ, ਕੰਮ ਹੋ ਚੱਲੇਗਾ। ਲੇਕਿਨ ਜਦੋਂ ਇੱਕੋ ਮਸ਼ੀਨ ਤੇ ਅਸੀਂ 10 ਲੇਬਲ ਲਗਾਵਾਂਗੇ ਤਾਂ ਫਿਕਸ ਫੈਕਟਰ ਦੇ ਨਾਲ ਅਸੀਂ ਵੇਰੀਏਬਲ ਫੈਕਟਰਸ ਨੂੰ ਜ਼ਿਆਦਾ ਲਗਾਵਾਂਗੇ ਤਾਂ ਸਾਡੇ ਰਿਟਰਨਸ ਨੇ ਪ੍ਰੋਡਕਸ਼ਨ ਆਫ ਘਟਣੀ ਸਟਾਰਟ ਹੋ ਜਾਏਗੀ ਤੇ ਕਾਸਟ ਸਾਡੀ ਕਿਤੇ ਨਾ ਕਿਤੇ ਕੀ ਸਟਾਰਟ ਹੋ ਜਾਏਗੀ ਵਧਣੀ ਸਟਾਰਟ ਹੋ ਜਾਏਗੀ। ਤਾਂ ਉਤਪਾਦਨ ਦੇ ਸਥਿਰ ਸਾਧਨਾਂ ਦੇ ਨਾਲ ਫਿਕਸ ਫੈਕਟਰਸ ਦੇ ਨਾਲ ਜਦੋਂ ਅਸੀਂ ਵੇਰੀਏਬਲ ਫੈਕਟਰਸ ਨੂੰ ਯੂਜ਼ ਕਰਨਾ ਸਟਾਰਟ ਕਰਦੇ ਤਾਂ ਪਹਿਲਾਂ ਤਾਂ ਸਾਡੀ ਪ੍ਰੋਡਕਸ਼ਨ ਵਧੇਗੀ ਫਿਰ ਕਾਂਸਟੈਂਟ ਹੋ ਜਾਏਗੀ ਤਾਂ ਇੱਕ ਪੁਆਇੰਟ ਤੋਂ ਆ ਕੇ ਕੀ ਹੋਣੀ ਸਟਾਰਟ ਹੋ ਜਾਏਗੀ ਘਟਣੀ ਸਟਾਰਟ ਹੋ ਜਾਏਗੀ ਇਨ ਦ ਸ਼ਾਰਟ ਰਨ। ਸਾਧਨਾਂ ਦੀ ਅਵੰਡ ਕਹਿੰਦੇ ਕੀ ਆ ਜਿਹੜੇ ਸਾਧਨ ਨੇ ਅਵੰਡ ਹੋਈ मतलब फिक्स फैक्टर फिक्स रहते हैं, सिर्फ आप वेरिएबल फैक्टर्स को चेंज करते हैं, जबकि इन्हां दोवां का चेंज होना जरूरी है क्योंकि फिक्स फैक्टर्स की ओवर यूटिलाइजेशन अंडर यूटिलाइजेशन होंदी है। पहला तो फिक्स फैक्टर्स तो आप अच्छी प्रॉपर यूटिलाइजेशन करके प्रोडक्शन इंक्रीज करांगे, बाद विच वेरिएबल फैक्टर्स के थ्रू साडी ये जिहड़ी प्रोडक्शन घटेगी ही घटेगी। साधना का प्रतिस्थापन ना होना, इत्थे जिहड़े साधन ने उन्हां नूं प्रतिस्थापन नहीं कर सकते फैक्टर ऑफ प्रोडक्शन से विच या शॉर्ट रन ਦੇ ਵਿੱਚ ਆਪਾਂ ਇੱਕ ਦੀ ਜਗ੍ਹਾ ਤੇ ਦੂਸਰੇ ਨੂੰ ਸਬਸਟੀਟਿਊਟ ਨਹੀਂ ਕਰ ਸਕਦੇ ਕਿਉਂਕਿ ਆਪਾਂ ਇੱਥੇ ਲੇਬਰ ਹੈ ਤੁਹਾਨੂੰ ਪਤਾ ਹੈ ਕਿ ਟੈਕਨੀਕਸ ਆਫ ਪ੍ਰੋਡਕਸ਼ਨ ਦੇ ਵਿੱਚ ਕੈਪੀਟਲ ਤੇ ਲੇਬਰ ਇੰਟੈਂਸਿਵ ਟੈਕਨੀਕ ਆ। ਆਪਾਂ ਨੇ ਤੇ ਬੋਲ ਦਿੱਤਾ ਕਿ ਕੈਪੀਟਲ ਇੰਟੈਂਸਿਵ ਟੈਕਨੀਕਸ ਮਸ਼ੀਨਸ ਤੇ ਪਲਾਟਸ ਵਗੈਰਾ ਕੀ ਨੇ ਆਪਣੇ ਕਾਂਸਟੈਂਟ ਨੇ, ਓਨਲੀ ਅਸੀਂ ਲੇਬਰ ਮੀਨਸ ਲੇਬਰ ਨੂੰ ਇਨਕਰੀਜ਼ ਕਰਕੇ ਕੀ ਕਰ ਸਕਦੇ ਆ ਕੁਆਂਟੀਟੀ ਇਨਕਰੀਜ਼ ਕਰ ਸਕਦੇ ਆ, ਠੀਕ ਹੈ। ਲੇਕਿਨ ਆਪਾਂ ਲੇਬਰ ਨੂੰ ਇਨਕਰੀਜ਼ ਕਰਨ ਦੇ ਨਾਲ ਨਾਲ ਆਪਣੀ ਜੋ ਹੈ कैपिटल ਨੂੰ इंक्रीज मशीनों ਨੂੰ इंक्रीज करना जरूरी है। इतने प्रॉपर जो है सबस्टिट्यूशन नहीं हो रहा, प्रतिस्थापन नहीं हो रहा, एक चीज़ की क्वांटिटी ਨੂੰ इंक्रीज करते जाने हैं तो दूसरी कांस्टेंट है। ਤਾਂ ਕਹਿੰਦੇ ਜਿਹੜੇ ਆਪਣੇ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਨੇ ਉਹ ਹੋਣੇ ਕੀ ਹੁੰਦੇ ਨੇ ਸਟਾਰਟ ਹੁੰਦੇ ਨੇ। ਅੱਗੇ ਕਾ ਪ੍ਰਕਿਰਤੀ ਦੀ ਦੁਰਲਭਤਾ ਆਪਾਂ ਨੇ ਬੋਲ ਦਿੱਤਾ ਕਿ ਆਪਾਂ ਫਿਕਸ ਫੈਕਟਰਸ ਦੇ ਨਾਲ ਵੇਰੀਏਬਲ ਫੈਕਟਰਸ ਮੀਨਸ ਜਿਵੇਂ ਕਿ ਰॉ ਮਟੀਰੀਅਲ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਦੇ ਜਾਵਾਂਗੇ, ठीक है, जिस दे नाल साडी जिहड़ी प्रोडक्शन है वो इंक्रीज होएगी। पर जिहड़ी रॉ मटीरियल्स ने तुहानूं पता है कि नैचुरल रिसोर्सिस ने जिहड़े वो की ने उन्हां दी स्कारसिटी है,
ਉਹ ਸਾਨੂੰ ਲੋੜ ਤੋਂ ਜ਼ਿਆਦਾ ਨਹੀਂ ਮਿਲ ਸਕਦੇ। ਤਾਂ ਸਕਾਰਸਿਟੀ ਦੇ ਕਾਰਨ ਕੀ ਆ ਕਿ ਜਦੋਂ ਆਪਾਂ ਸਕਾਰਸਿਟੀ ਦੇ ਕਾਰਨ ਉਹਨਾਂ ਦੀ ਪ੍ਰਾਈਸਿਸ ਵੀ ਮਹਿੰਗੀ ਆਏਗੀ ਤੇ ਰਿਟਰਨਸ ਵੀ, ਠੀਕ ਹੈ, ਦੁਰਲਭਤਾ ਦੇ ਕਾਰਨ ਉਹਨਾਂ ਦੀ ਕੁਆਂਟੀਟੀ ਇੰਨੀ ਇਨਕਰੀਜ਼ ਨਹੀਂ ਕਰ ਸਕਦੇ, ਜਿਹਦੇ ਕਰਕੇ ਆਪਣੇ ਕੀ ਹੁੰਦੇ ਨੇ, ਲਾਅ ਆਫ ਡਿਮਿਨਿਸ਼ਿੰਗ ਰਿਟਰਨ ਆਉਣੇ ਸਟਾਰਟ ਹੋ ਜਾਂਦੇ। ਅਨੁਕੂਲ ਆਕਾਰ ਦਾ ਬਦਲਣਾ, ਇਹਦੇ ਵਿੱਚ ਜਿਹੜੇ ਪ੍ਰੋਪਰ ਪ੍ਰਪੋਰਸ਼ਨੇਟ ਨਹੀਂ, ਦੋਨਾਂ ਦੇ ਵਿੱਚ ਇਕੁਅਲ ਚੇਂਜਸ ਨਹੀਂ ਹੋ ਰਿਹਾ। ਅਨੁਕੂਲ ਆਕਾਰ ਦਾ ਬਦਲਣਾ ਨਹੀਂ ਹੈ, ਇੱਕੋ ਚੀਜ਼ ਨੂੰ ਵਧਾ ਰਹੇ ਤੇ ਦੂਸਰੀ ਚੀਜ਼ ਨੂੰ ਨਹੀਂ ਵਧਾ ਰਹੇ, ਜਿਹਦੇ ਕਰਕੇ ਜਿਹੜੇ ਨੈਗੇਟਿਵ ਇਫੈਕਟ ਨੇ ਉਹ ਪਹਿਲੇ ਸਟਾਰਟ ਹੋ ਜਾਂਦੇ ਨੇ। ਸਥਿਰ ਸਾਧਨਾਂ ਦਾ ਅਲਪ ਪ੍ਰਯੋਗ, ਜਿਹੜੇ ਆਪਣੇ ਸਿਲਸ ਕਾਨਸਟੈਂਟ ਫਿਕਸ ਫੈਕਟਰਸ ਨੇ ਉਹਨਾਂ ਦਾ ਕਹਿੰਦੇ ਪਹਿਲਾਂ ਤਾਂ ਪ੍ਰੋਪਰ ਜਦੋਂ ਯੂਟੀਲਾਈਜੇਸ਼ਨ ਨਹੀਂ ਹੁੰਦੀ, ਅੰਡਰ ਯੂਟੀਲਾਈਜੇਸ਼ਨ ਹੁੰਦੀ ਆ, ਉਦੋਂ ਤਾਂ ਆਪਾਂ ਜਿਹੜੇ ਵੇਰੀਏਬਲ ਫੈਕਟਰਸ ਨੇ ਉਹਨਾਂ ਦੇ ਯੂਜ਼ ਦੇ ਨਾਲ ਉਹਨਾਂ ਦੇ ਵਿੱਚ ਪ੍ਰੋਡਕਸ਼ਨ ਇੰਕਰੀਜ਼ ਕਰ ਸਕਦੇ ਸ਼ਾਰਟ ਟਰਮ ਦੇ ਵਿੱਚ। ਲੇਕਿਨ ਜਦੋਂ ਪ੍ਰੋਪਰ ਯੂਟੀਲਾਈਜੇਸ਼ਨ ਹੋ ਗਈ ਤਾਂ ਫਿਰ ਆਪਾਂ ਵੇਰੀਏਬਲ ਫੈਕਟਰ ਨੂੰ ਇੰਕਰੀਜ਼ ਕਰਕੇ ਪ੍ਰੋਡਕਸ਼ਨ ਨੂੰ ਇੰਕਰੀਜ਼ ਨਹੀਂ ਕਰ ਸਕਦੇ ਤੇ ਸਥਿਰ ਸਾਧਨਾਂ ਦੇ ਅਸੀਂ ਅਲੱਗ-ਅਲੱਗ ਉਪਯੋਗ ਵੀ ਨਹੀਂ ਕਰ ਸਕਦੇ। ਅੱਗੇ ਘਟਦੇ ਵੱਧਦੇ ਸਿਧਾਂਤ ਦਾ ਮਹੱਤਵ, ਘਟਦੇ ਵੱਧਦੇ ਸਿਧਾਂਤ ਦਾ ਕੀ ਮਹੱਤਵ ਹੈ? ਕਹਿੰਦੇ ਇਹ ਸਿਧਾਂਤ ਸਰਵਵਿਆਪੀ ਹੈ, ਇਹ ਹਰ ਜਗ੍ਹਾ ਤੇ ਅਪਲਾਈ ਹੁੰਦਾ ਹੈ। ਇਹ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਅਪਲਾਈ ਹੁੰਦਾ ਹੈ ਤੇ ਇੰਡਸਟਰੀਅਲ ਸੈਕਟਰ ਦੇ ਵਿੱਚ। ਰਿਕਾਰਡੋ ਦਾ ਲਗਾਨ ਸਿਧਾਂਤ ਵੀ ਕਹਿੰਦੇ ਇਸੇ ਥਿਊਰੀ ਤੇ ਡਿਪੈਂਡ ਕਰਦਾ ਹੈ। ਮਾਲਥਸ ਦਾ ਜਨਸੰਖਿਆ ਸਿਧਾਂਤ ਆ ਜਿਹੜਾ, ਉਹ ਵੀ ਇਸੇ ਆਪਣੇ ਜਿਹੜੀ ਥਿਊਰੀ ਹੈ ਉਸ ਨੂੰ ਤਰਜੀਹ ਦਿੰਦਾ ਹੈ। ਜਨਸੰਖਿਆ ਦਾ ਆਵਾਸ ਪ੍ਰਵਾਸ ਵੀ, ਕਿਉਂਕਿ ਜਿਹੜੀ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਦੇ ਵਿੱਚ ਆਪਾਂ ਲੇਬਰ ਨੂੰ ਜ਼ਿਆਦਾ ਯੂਜ਼ ਕਰਦੇ, ਇਸ ਦੇ ਕਰਕੇ ਹੀ ਲੇਬਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੀ ਹੈ ਕਿਉਂਕਿ ਲੇਬਰ ਦੀ ਡਿਮਾਂਡ ਇਨਕਰੀਜ਼ ਹੁੰਦੀ ਹੈ। ਸੀਮਾਂਤ ਉਤਪਾਦਨ ਦਾ ਆਧਾਰ, ਕਹਿੰਦੇ ਜਿਹੜੀ ਮਾਰਜਨਲ ਪ੍ਰੋਡਕਸ਼ਨ ਹੈ ਉਹ ਵੀ ਇਨਕਰੀਜ਼ ਹੁੰਦੀ ਹੈ ਪਹਿਲਾਂ, ਫਿਰ ਕਾਂਸਟੈਂਟ, ਫਿਰ ਜ਼ੀਰੋ, ਫਿਰ ਡਿਕਰੀਜ਼ ਹੋਣੀ ਸਟਾਰਟ ਹੋ ਜਾਂਦੀ ਹੈ। ਜੀਵਨ ਸਤਰ ਤੇ ਪ੍ਰਭਾਵ, ਕਹਿੰਦੇ ਵੀ ਇਸ ਦਾ ਆਪਣੀ ਲਾਈਫ ਤੇ ਵੀ ਇਫੈਕਟ ਪੈਂਦਾ ਹੈ। ਖੋਜਾਂ ਦੇ ਲਈ ਪ੍ਰੇਰਨਾ, ਕਹਿੰਦੇ ਇਸ ਸਿਧਾਂਤ ਦੇ ਥਰੂ ਸਾਨੂੰ ਨਿਊ ਇਨੋਵੇਸ਼ਨ ਸਿੱਖਣ ਨੂੰ ਮਿਲਦੀਆਂ ਨੇ ਕਿ ਕਿਸ ਤਰ੍ਹਾਂ ਆਪਾਂ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਆਪਣੀ ਜੋ ਹੈ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਵਿਦ ਦ ਹੈਲਪ ਆਫ ਟੈਕਨੋਲੋਜੀ ਐਂਡ ਮਸ਼ੀਨਰੀ, ਕਿਸ ਤਰ੍ਹਾਂ ਸਕਿੱਲਸ ਇੰਪਰੂਵ ਕਰ ਸਕਦੇ ਹਾਂ, ਠੀਕ ਹੈ। ਤੇ ਉਸ ਤੋਂ ਬਾਅਦ ਹੈ ਵੱਧਦੇ ਸੀਮਾਂਤ ਤੇ ਲਾਗੂ ਹੋਣਾ, ਘਟਦੇ ਵੱਧਦੇ ਪ੍ਰਤੀਫਲ ਦੇ ਨਿਯਮ ਦਾ ਲਾਗੂ ਹੋਣਾ। ਦੇਖੋ ਜਿਹੜਾ ਘਟਦੇ ਵੱਧਦੇ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਹੈ ਉਹ ਦੋ ਚੀਜ਼ਾਂ ਤੇ, ਦੋਵਾਂ ਤੇ ਲਾਗੂ ਹੁੰਦਾ ਹੈ, ਖੇਤੀ ਤੇ ਵੀ ਲਾਗੂ ਹੁੰਦਾ ਹੈ ਤੇ ਉਦਯੋਗਾਂ ਦੇ ਵਿੱਚ ਵੀ ਲਾਗੂ ਹੁੰਦਾ ਹੈ। ਇਹ ਜਿਹੜਾ ਹੈ ਇੰਡਸਟਰੀ ਐਂਡ ਐਗਰੀਕਲਚਰ ਸੈਕਟਰ ਦੋਨਾਂ ਤੇ ਲਾਗੂ ਹੁੰਦਾ ਹੈ। ਤਾਂ ਦੋਨਾਂ ਤੇ ਲਾਗੂ ਕਿਸ ਤਰ੍ਹਾਂ ਹੁੰਦਾ ਹੈ ਤੁਸੀਂ ਇਹ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਐਗਰੀਕਲਚਰ ਸੈਕਟਰ ਦੇ ਵਿੱਚ ਲਾਗੂ ਹੁੰਦਾ। ਐਗਰੀਕਲਚਰ ਸੈਕਟਰ ਦੇ ਵਿੱਚ ਜਦੋਂ ਲਾਗੂ ਹੁੰਦਾ ਤਾਂ ਐਗਰੀਕਲਚਰ ਦੇ ਵਿੱਚ ਜਿਹੜੀ ਲੈਂਡ ਹੈ ਉਹ ਫਿਕਸ ਫੈਕਟਰ ਹੈ ਐਂਡ ਜਿਹੜੀ ਲੇਬਰ ਹੈ ਉਹ ਵੇਰੀਏਬਲ ਫੈਕਟਰ ਹੈ। ਜਾਂ ਖੇਤੀ ਤੇ ਜਦੋਂ ਅਸੀਂ ਇੱਕ ਫਿਕਸ ਫੈਕਟਰਸ ਤੇ ਲੇਬਰ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤਦੇ ਜਾਵਾਂਗੇ ਤਾਂ ਪਹਿਲਾਂ ਤਾਂ ਜਿਹੜੇ ਸਾਡੇ ਰਿਟਰਨਸ ਨੇ ਪੋਜ਼ਿਟਿਵ ਹੋਣਗੇ, ਠੀਕ ਹੈ। ਉਸ ਤੋਂ ਬਾਅਦ ਆਪਣੇ ਜਿਹੜੇ ਰਿਟਰਨਸ ਨੇ ਨੈਗੇਟਿਵ ਹੋਣੇ ਸਟਾਰਟ ਹੋ ਜਾਣਗੇ ਕਿਉਂਕਿ ਜਿਹੜੀ ਲੈਂਡ ਦੀ ਫਰਟੀਲਿਟੀ ਆ ਉਹ ਇੱਕ ਲੈਵਲ ਤੋਂ ਆ ਕੇ ਘਟਣੀ ਸਟਾਰਟ ਹੋ ਜਾਏਗੀ ਤਾਂ ਆਪਾਂ ਪ੍ਰੋਡਕਸ਼ਨ ਨੂੰ ਵਿਦ ਦ ਹੈਲਪ ਆਫ ਲੇਬਰ ਇੰਕਰੀਜ਼ ਨਹੀਂ ਕਰ ਸਕਦੇ। ਜਿੱਥੋਂ ਤੱਕ ਲੈਂਡ ਦੀ ਪ੍ਰੋਪਰ ਫਰਟੀਲਾਈਜੇਸ਼ਨ ਨਹੀਂ ਹੁੰਦੀ, ਫਰਟੀਲਿਟੀ ਨੂੰ ਯੂਜ਼ ਨਹੀਂ ਕਰਦੇ ਆਪਾਂ ਉੱਥੇ ਤੱਕ ਪ੍ਰੋਡਕਸ਼ਨ ਇੰਕਰੀਜ਼ ਕਰ ਸਕਦੇ ਵਿਦ ਦ ਹੈਲਪ ਆਫ ਲੇਬਰ। ਉਸ ਤੋਂ ਬਾਅਦ ਡਿਕਰੀਜ਼ਿੰਗ ਰਿਟਰਨਸ ਆਉਣਗੇ ਤੇ ਇੰਕਰੀਜ਼ਿੰਗ ਕਾਸਟ ਆਏਗੀ ਤੇ ਉਸ ਤੋਂ ਬਾਅਦ ਮਾਈਨਿੰਗ ਦੇ ਵਿੱਚ ਆ ਜਾਂਦੇ ਆਪਾਂ ਤੇ ਫਿਸ਼ਿੰਗ ਦੇ ਵਿੱਚ ਆਉਂਦੇ ਹਾਂ। ਮਾਈਨਿੰਗ ਦੇ ਵਿੱਚ ਮਾਈਨਸ ਦੇ ਵਿੱਚ ਆਪਾਂ ਕਰਦੇ ਰਵਾਂਗੇ, ਠੀਕ ਹੈ। ਤਾਂ ਫਿਰ ਉਹ ਕਿਤੇ ਨਾ ਕਿਤੇ ਡੂੰਘੇ ਹੁੰਦੇ ਜਾਣਗੇ, ਲੇਬਰ ਤੇ ਖਰਚਾ ਆਏਗਾ, ਟੈਕਨੋਲੋਜੀ ਤੇ ਖਰਚਾ ਆਏਗਾ ਤਾਂ ਕਾਸਟ ਵੱਧਦੀ ਜਾਏਗੀ। ਐਵੇਂ ਜਿਵੇਂ ਕਿ ਫਿਸ਼ਿੰਗ ਸਿਸਟਮ ਆ ਉਹਦੇ ਵਿੱਚ ਵੀ ਫਿਸ਼ਿਸ ਜਿਵੇਂ ਜਿਵੇਂ ਘੱਟ ਹੁੰਦੀਆਂ ਜਾਣਗੀਆਂ ਵਾਟਰ ਚੋਂ ਤਾਂ ਉਹਨਾਂ ਦੀ ਸਕਾਰਸਿਟੀ ਆਏਗੀ, ਆਪਣੀ ਕਾਸਟ ਉਹਨਾਂ ਨੂੰ ਲੱਭਣ ਤੇ ਵਧੇਗੀ ਲੇਕਿਨ ਆਪਾਂ ਨੂੰ ਉਹਨਾਂ ਦੀ ਜਿਹੜੀ ਸਪਲਾਈ ਆ ਉਹ ਕਿਤੇ ਨਾ ਕਿਤੇ ਘਟੇਗੀ। ਤੇ ਇਸ ਤਰ੍ਹਾਂ ਇੰਡਸਟਰੀਅਲ ਸੈਕਟਰਸ ਦੇ ਵਿੱਚ ਵੀ ਇਹੀ ਲਾ ਅਪਲਾਈ ਹੁੰਦਾ ਹੈ। ਇੰਡਸਟਰੀਜ਼ ਦੇ ਵਿੱਚ ਕੀ ਆ, ਆਪਾਂ ਰॉ ਮਟੀਰੀਅਲਸ ਨੂੰ ਇੰਕਰੀਜ਼ ਕਰ ਸਕਦੇ ਆ ਤੇ ਲੇਬਰ ਨੂੰ ਇੰਕਰੀਜ਼ ਕਰ ਸਕਦੇ ਕਿਉਂਕਿ ਵੇਰੀਏਬਲ ਫੈਕਟਰਸ ਨੇ ਲੇਕਿਨ ਇੱਕ ਲੈਵਲ ਤੱਕ ਕਰ ਸਕਦੇ ਆ। ਪਲਾਂਟ ਤੇ ਮਸ਼ੀਨਰੀ ਨੂੰ ਵੀ ਆਪਾਂ ਨੂੰ ਨਾਲ ਦੀ ਨਾਲ ਚੇਂਜ ਕਰਨਾ ਪਏਗਾ। ਅਗਰ ਫਿਕਸ ਫੈਕਟਰਸ ਤੇ ਆਪਾਂ ਵੇਰੀਏਬਲ ਫੈਕਟਰਸ ਨੂੰ ਲੋੜ ਤੋਂ ਜ਼ਿਆਦਾ ਯੂਜ਼ ਕਰਾਂਗੇ ਤਾਂ ਕਿਤੇ ਨਾ ਕਿਤੇ ਜਿਹੜੇ ਸਾਡੇ ਰਿਟਰਨਸ ਨੇ ਉਹ ਕੀ ਹੋਣਗੇ, ਡਿਮਿਨਿਸ਼ਿੰਗ ਹੋਣਗੇ, ਜਿਨ੍ਹਾਂ ਦੇ ਕਰਕੇ ਸਾਡੀ ਕਾਸਟ ਵਧਣੀ ਸਟਾਰਟ ਹੋ ਜਾਏਗੀ, ਠੀਕ ਹੈ। ਜਿੱਥੇ ਸਾਨੂੰ 2 ਲੇਬਰ ਦੀ ਲੋੜ ਆ, ਅਗਰ ਅਸੀਂ 4 ਲੇਬਰ ਨੂੰ ਲਗਾਵਾਂਗੇ ਤਾਂ ਸਾਡੇ ਰਿਟਰਨਸ ਨੈਗੇਟਿਵ ਹੀ ਹੋਣਗੇ ਤੇ ਕਾਸਟ ਵਧੇਗੀ, ਪ੍ਰੋਡਕਸ਼ਨ ਇੰਨੀ ਨਹੀਂ ਵਧੇਗੀ। ਇੱਕ ਲੈਵਲ ਤੋਂ ਬਾਅਦ ਫਸਟਲੀ ਵਧੇਗੀ, ਉਸ ਤੋਂ ਬਾਅਦ ਕਾਂਸਟੈਂਟ ਹੋ ਜਾਏਗੀ, ਉਸ ਤੋਂ ਬਾਅਦ ਡਿਕਰੀਜ਼ ਹੋਏਗੀ ਹੀ ਹੋਏਗੀ। ਤਾਂ ਇਹ ਸਾਨੂੰ ਲਾ ਇਹ ਦੱਸਦਾ ਕਿ ਸਾਨੂੰ ਕਿੱਥੋਂ ਤੱਕ ਪ੍ਰੋਡਕਸ਼ਨ ਕਰਨੀ ਚਾਹੀਦੀ ਹੈ, ਕਿੱਥੇ ਪ੍ਰੋਡਕਸ਼ਨ ਰੋਕ ਲੈਣੀ ਚਾਹੀਦੀ ਆ। ਤਾਂ TP MP ਤੇ AP ਨੂੰ ਧਿਆਨ ਰੱਖਦੇ ਹੋਏ ਇਹ ਜਿਹੜਾ ਫਸਟ ਜਿਹੜਾ ਹੈ ਰਿਟਰਨ ਟੂ ਅ ਫੈਕਟਰ, ਇੱਕ ਫੈਕਟਰ ਦੇ ਵਿੱਚ ਜਦੋਂ ਆਪਾਂ ਚੇਂਜ ਕਰਕੇ ਪ੍ਰੋਡਕਸ਼ਨ ਇੰਕਰੀਜ਼ ਕਰਨੀ ਹੈ ਸਾਨੂੰ ਇਹ ਦੱਸਦਾ ਹੈ ਕਿੱਦਾਂ ਇੱਕ ਪ੍ਰੋਡਿਊਸਰ ਆਪਣੇ ਪ੍ਰੋਫਿਟ ਨੂੰ ਮੈਕਸਿਮਾਈਜੇਸ਼ਨ ਕਰ ਸਕਦਾ। ਇਹ ਸਾਡਾ ਅੱਜ ਵਾਲਾ ਟੌਪਿਕ ਇੱਥੇ ਹੀ ਖਤਮ ਹੋ ਰਿਹਾ ਤੇ ਇਸ ਤੋਂ ਬਾਅਦ ਆਪਾਂ 2 ਵੇਰੀਏਬਲਸ ਐਂਡ ਰਿਟਰਨ ਟੂ ਅ ਸਕੇਲ ਨੈਕਸਟ ਟੌਪਿਕ ਦੇ ਵਿੱਚ ਕਰਾਂਗੇ। ਧੰਨਵਾਦ।